ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਜਿਹਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੀ ਚੇਂਜਸ ਆਏ ਨੇ, ਕੀ ਡਰਾ ਨਿਕਲੇ ਨੇ ਤੇ ਇਸ ਵਕਤ ਕਿਹੜੇ ਲੋਕ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਤੇ ਉਹਨਾਂ ਦੇ ਪ੍ਰੋਸੈਸ ਦੇ ਉੱਤੇ ਕੀ ਅਸਰ ਪਏਗਾ। ਜੋ ਇਸ ਵਕਤ ਸਥਿਤੀ ਬਣੀ ਹੋਈ ਹੈ, ਇਸ ਨੇ ਸਭ ਨੂੰ ਅਲੱਗ-ਅਲੱਗ ਫੀਲਡਸ ਨੂੰ ਜਿਹੜਾ ਹਿਲਾ ਕੇ ਰੱਖਿਆ ਹੈ ਤੇ ਅਲੱਗ-ਅਲੱਗ ਫੀਲਡਸ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ। ਗੱਲ ਕਰੀਏ ਕੈਨੇਡਾ ਇਮੀਗ੍ਰੇਸ਼ਨ ਦੀ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਇਸ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ। ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਹੁਣ ਕਿਹਨਾਂ ਨੂੰ ਪ੍ਰਾਇੋਰਟੀਜ਼ ਮਿਲਣਗੀਆਂ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਖਹਿਰਾ ਜੀ ਫਰੋਮ CWC। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਬਹੁਤ-ਬਹੁਤ ਸ਼ੁਕਰੀਆ ਤਰਨ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਥੈਂਕ ਯੂ, ਤੁਸੀਂ ਹਮੇਸ਼ਾ ਟਾਈਮ ਕੱਢਦੇ ਹੋ ਸਾਡੇ ਲਈ ਤੇ ਸਾਡੇ ਦਰਸ਼ਕਾਂ ਨੂੰ ਜੋ ਉਹਨਾਂ ਦੀ ਇਨਕੁਆਇਰੀਜ਼ ਹੁੰਦੀਆਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ। ਥੈਂਕ ਯੂ ਸੋ ਮਚ ਤੁਹਾਡਾ। ਧੰਨਵਾਦ ਸਰ, ਜਿਵੇਂ ਸਟਾਰਟਿੰਗ ਅੱਜ ਤੋਂ ਹੀ ਕਰੀਏ ਕਿਉਂਕਿ ਬਹੁਤ ਸਾਰੇ ਦਰਸ਼ਕ ਸਾਨੂੰ ਬਾਰ-ਬਾਰ ਸਵਾਲ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਦੇ ਵਿੱਚ ਹੁਣ ਕੀ ਚੇਂਜਸ ਆ ਸਕਦੇ ਨੇ। ਕੀ ਹੁਣ ਜਿਵੇਂ ਅਸੀਂ ਪਹਿਲਾਂ ਕਹਿ ਰਹੇ ਸੀ ਕਿ ਕੈਨੇਡਾ ਨੂੰ ਇੰਨੇ ਇਮੀਗ੍ਰੈਂਟਸ ਦੀ ਜ਼ਰੂਰਤ ਹੈਗੀ ਆ, ਤਾਂ ਕੀ ਹੁਣ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਹੋਣਗੀਆਂ ਉਹ ਵਾਲੀਆਂ ਜਾਂ ਨਹੀਂ ਹੋਣਗੀਆਂ? ਤਰਨ, ਅੱਜ ਹੀ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਇਹਦੇ ਤੇ ਇੱਕ ਆਪਣੇ ਵਿਚਾਰ ਨੇ ਜਿਹੜੇ ਉਹ ਦਿੱਤੇ ਨੇ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਇਮੀਗ੍ਰੇਸ਼ਨ ਦਾ ਲੈਵਲਸ ਹੈਗੇ ਨੇ ਉਹ ਕੋਵਿਡ-19 ਕਰਕੇ ਇਫੈਕਟ ਨਹੀਂ ਹੋਣਗੇ, ਉਹਨਾਂ ਨੇ ਇਹ ਗੱਲ ਆਖੀ ਹੈ। ਸੋ ਜਿੰਨੇ ਵੀ ਰਿਕੁਆਇਰਡ ਲੋਕ ਸੀਗੇ, ਜੋ ਪਲਾਨ ਪਹਿਲਾਂ ਦਿੱਤੀ ਗਈ ਸੀ, ਉਨੇ ਹੀ ਲੋਕ ਨੇ ਜਿਹੜੇ ਉਹ ਬੁਲਾਏ ਜਾਣਗੇ ਜੀ। ਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਅਗਲੇ ਸਾਲ ਦੇ ਪ੍ਰੋਜੈਕਸ਼ਨਸ ਨੇ ਉਹ ਜਦੋਂ ਫਾਲ ਦੇ ਵਿੱਚੋਂ ਨਵੀਂ ਐਨੂਅਲ ਰਿਪੋਰਟ ਉਹ ਅਗਲੇ ਸਾਲ ਦੀ ਦੇਣਗੇ ਉਦੋਂ ਪੇਸ਼ ਕਰਨਗੇ। ਪਰ ਕਰੰਟਲੀ ਜਿੰਨੇ ਲੋਕ ਬੁਲਾਏ ਜਾਣੇ ਸੀ ਉਨੇ ਹੀ ਬੁਲਾਏ ਜਾਣਗੇ, ਕਿਉਂਕਿ ਕੈਨੇਡਾ ਦਾ ਜਿਹੜਾ ਬਰਥ ਰੇਟ ਹੈ ਜਾਂ ਰਿਟਾਇਰੀ ਟੂ ਵਰਕਿੰਗ ਰੇਸ਼ੋ ਹੈਗੀ ਹੈ, ਉਹ ਸਿਰਫ ਇਮੀਗ੍ਰੇਸ਼ਨ ਦੇ ਨਾਲ ਹੀ ਉਹਦੇ 'ਚ ਜਿਹੜੀ ਤਰੱਕੀ ਕੀਤੀ ਜਾ ਸਕਦੀ ਹੈ ਤੇ ਤਾਂ ਹੀ ਇਕਨੋਮਿਕ ਗਰੋਥ ਹੈ ਜਿਹੜੀ ਉਹ ਪੋਸੀਬਲ ਹੈਗੀ ਹੈ ਜੀ। ਜਿਹੜੇ ਕੈਨੇਡਾ ਦੇ ਇਕਨੋਮਿਕ ਮਾਡਲਸ ਨੇ, ਜਿਹੜੇ ਮੈਜੋਰਿਟੀ ਕੈਨੇਡਾ ਦੇ ਇਕਨੋਮਿਕ ਮਾਡਲਸ ਨੇ, ਜੇ ਆਪਾਂ ਉਹਨਾਂ ਨੂੰ ਦੇਖੀਏ ਤਾਂ 1970 ਤੋਂ ਜਿਹੜੀ ਰਿਟਾਇਰੀ ਟੂ ਵਰਕਰ ਰੇਸ਼ੋ ਸੀ ਉਹ ਸੀ 13 ਰਿਟਾਇਰੀਜ਼ ਦੇ ਪਿੱਛੇ 100 ਬੰਦੇ ਕੰਮ ਕਰਦੇ ਸੀ। ਸੋ ਜੇ 13 ਰਿਟਾਇਰ ਹੋ ਰਹੇ ਸੀ ਤਾਂ 100 ਕੰਮ ਕਰ ਰਹੇ ਸੀਗੇ। ਇਹ ਇਸ ਵੇਲੇ 2036 ਦੇ ਵਿੱਚੋਂ ਇਹ ਰੇਸ਼ੋ ਹੈ ਜਿਹੜੀ ਇਹ ਕਰੀਬਨ 40 ਰਿਟਾਇਰੀਜ਼ ਦੇ ਪਿੱਛੇ 100 ਕੰਮ ਵਾਲੇ ਹੋ ਜਾਣਗੇ। ਸੋ ਕਿੱਥੇ 13 ਤੇ ਕਿੱਥੇ 40, ਇਹ ਕਰੰਟ ਨੰਬਰਸ ਦੇ ਨਾਲ ਹੈ, ਕਿਉਂਕਿ ਕੈਨੇਡਾ ਦਾ ਗਰੋਥ ਰੇਟ ਬਹੁਤ ਘੱਟ ਹੈ ਜੀ। ਸਰ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਪਹਿਲਾਂ ਇਹਨਾਂ ਦਾ ਅਸੀਂ ਸਵਾਲ ਲੈ ਲਈਏ। ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਸਹੀ ਤੋਂ ਬੋਲਦਾ, ਨੀਤ ਬੋਲਦਾ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਮ, ਮੈਂ ਪੁੱਛਣਾ ਸੀਗਾ ਜਿੱਦਾਂ ਮੇਰੀ 2-3 ਦਿਨ ਪਹਿਲਾਂ ਸਰਜਰੀ ਹੋਈ ਹੈ ਤੇ ਮੈਂ ਆਪਣੀ ਮਦਰ ਨੂੰ ਜਿੱਦਾਂ ਸਪਾਂਸਰ ਕਰਨਾ ਚਾਹੁੰਦਾ ਸੀਗਾ। ਮੈਨੂੰ ਫੇਜ਼ਰ ਵਾਲਿਆਂ ਨੇ ਮਤਲਬ ਜਿੱਦਾਂ ਲੈਟਰ ਵੀ ਦਿੱਤੀ ਹੈ ਤੇ ਮੈਂ ਸਾਰਿਆਂ ਤੋਂ ਪੁੱਛਣਾ ਸੀਗਾ ਕਿ ਪੋਸੀਬਿਲਿਟੀ ਹੈਗੀ ਉਹਨਾਂ ਦੇ ਆਉਣ ਦੀ ਜਾਂ ਕਿੱਦਾਂ? ਤੁਸੀਂ ਆਪਣੇ ਸਪਾਂਸਰ ਤੁਸੀਂ ਵਿਜ਼ਿਟਰ ਵੀਜ਼ਾ ਤੇ ਬੁਲਾਉਣਾ ਚਾਹੁੰਦੇ ਸੀ ਜਾਂ ਟੈਂਪਰੇਰੀ ਵੀਜ਼ੇ ਤੇ ਮੈਂ ਸਪਾਂਸਰ ਕਰਨਾ ਸੀ ਜੀ? ਉਹ ਸਰ ਵਿਜ਼ਟਰ ਉਹ ਕਹਿ ਰਹੇ ਨੇ ਟੈਂਪਰੇਰੀ ਵੀਜ਼ਾ ਦੇ ਉੱਤੇ ਉਹਨਾਂ ਨੇ ਸਪਾਂਸਰ ਕਰਨਾ ਸੀ ਆਪਣੇ ਮਦਰ ਨੂੰ। ਹਾਂਜੀ, ਸੋ ਸਰ ਆਪਾਂ ਦੇ ਸਕਦੇ ਇਹਨਾਂ ਦਾ, ਆਪਾਂ ਇਹਨਾਂ ਦਾ ਜਵਾਬ ਦੇ ਸਕਦੇ ਹਾਂ ਜਾਂ ਤੁਸੀਂ ਕੁਝ ਹੋਰ ਪੁੱਛਣਾ ਇਹਨਾਂ ਨੂੰ? ਨਹੀਂ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਤਰਨ, ਬਹੁਤ ਅਨਫੋਰਚੂਨੇਟ ਹੈ ਕਿ ਉਹ ਨਹੀਂ ਬੁਲਾ ਸਕਣਗੇ। ਉਹਦਾ ਜਿਹੜਾ ਕਾਰਨ ਹੈਗਾ ਉਹ ਹੈਗੀ, ਇੱਕ ਤਾਂ ਟਰੈਵਲ ਰਿਸਟ੍ਰਿਕਸ਼ਨਸ ਨੇ, ਦੂਜਾ ਮਿਨਿਸਟਰੀਅਲ ਇਨਸਟਰਕਸ਼ਨਸ ਦੇ ਮੁਤਾਬਕ ਕੋਈ ਵੀ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਹੈਗੀ ਹੈ ਜਿਹੜੀ, ਉਹਦੇ ਉੱਤੇ ਜਿਹੜੀ ਰੋਕ ਹੈ ਉਹ 19 ਮਈ ਤੱਕ ਉਹਦੇ ਤੇ ਰੋਕ ਹੈ ਐਪਲੀਕੇਸ਼ਨ ਐਕਸੈਪਟ ਕਰਨ ਤੋਂ ਵੀ। ਜੀ, ਇਹ ਰੋਕ ਪਹਿਲਾਂ 9 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਲਗਾਈ ਗਈ ਸੀ। ਨਵਾਂ ਆਰਡਰ ਪਾਸ ਕਰਕੇ ਇਹਨੂੰ 19 ਮਈ ਤੱਕ ਵਧਾ ਦਿੱਤਾ ਹੈਗਾ। ਸੋ ਇਹ ਕੋਈ ਵੀ, ਚਾਹੇ ਵਿਜ਼ਿਟਰ ਵੀਜ਼ਾ ਹੈ ਚਾਹੇ ਸੁਪਰ ਵੀਜ਼ਾ ਹੈ, ਤੇ ਉਹਨਾਂ ਦੇ ਉੱਤੇ ਐਪਲੀਕੇਸ਼ਨ ਪ੍ਰੋਸੈਸ ਕਰਨ ਤੇ ਵੀ ਹਾਲੇ ਫਿਲਹਾਲ ਹੈ ਜਿਹੜੀ ਉਹ ਰੋਕ ਲੱਗੀ ਹੋਈ ਹੈਗੀ ਹੈ। ਸੋ ਇਹ ਇਕੱਲੀ ਉਹਨਾਂ ਮੁਲਕਾਂ ਤੋਂ ਹੀ ਨਹੀਂ ਹੈਗੀ ਜਿੱਥੇ ਵੀਜ਼ੇ ਦੀ ਲੋੜ ਹੈ, ਇਹ ਉਹਨਾਂ ਮੁਲਕਾਂ ਤੋਂ ਵੀ ਹੈ ਜਿੱਥੇ ਵੀਜ਼ਾ ਐਗਜ਼ੈਂਪਟ ਕੰਟਰੀਜ਼ ਨੇ। ਆਪਾਂ ਨੂੰ ਪਤਾ ਉਹਨਾਂ ਨੂੰ ETA ਦੀ ਲੋੜ ਹੁੰਦੀ ਹੈ, ਜਿਹੜੀ ਟਰੈਵਲ ਆਥੋਰਾਈਜ਼ੇਸ਼ਨ ਦੀ ਲੋੜ ਹੁੰਦੀ ਹੈ, ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ। ਉਹ ਅਰਜ਼ੀਆਂ ਵੀ ਨਹੀਂ ਲਈਆਂ ਜਾਣਗੀਆਂ। ਸੋ ਅਨਫੋਰਚੂਨੇਟ ਹੈਗਾ ਕਿ ਉਹਨਾਂ ਦੀ ਸਰਕਮਸਟੈਂਸਿਸ ਇਹੋ ਜਿਹੇ ਨੇ ਜਿੱਥੇ ਕਿ ਉਹਨਾਂ ਨੂੰ ਮਾਂ ਦੀ ਲੋੜ ਹੈ, ਪਰ ਉਹ ਅਰਜ਼ੀ ਹਾਲੇ ਨਹੀਂ ਲਈ ਜਾਊਗੀ। ਤੇ ਦੂਜਾ, ਜਿਹੜਾ ਜੇ ਮੰਨ ਲਓ ਉਹਨਾਂ ਨੂੰ ਵੀਜ਼ਾ ਮਿਲ ਵੀ ਜਾਂਦਾ ਹੈ, ਜੋ 19 ਮਈ ਨੂੰ ਇਹ ਐਪਲੀਕੇਸ਼ਨਸ ਖੁੱਲ੍ਹ ਵੀ ਜਾਂਦੀਆਂ ਨੇ ਤੇ ਉਹਨਾਂ ਨੂੰ ਵੀਜ਼ਾ ਵੀ ਮਿਲ ਜਾਂਦਾ ਹੈ, ਤਾਂ ਫਿਰ 30 ਜੂਨ ਤੱਕ ਜਿਹੜੀਆਂ ਕਰੰਟ ਟਰੈਵਲ ਰਿਸਟ੍ਰਿਕਸ਼ਨਸ ਨੇ ਇਹ ਜਾਰੀ ਰਹਿਣਗੀਆਂ। ਉਹ ਜਿਹੜੀਆਂ ਜਾਰੀ ਰਹਿਣੀਆਂ ਨੇ ਉਹਦੇ ਵਿੱਚੋਂ ਜਿਹੜਾ ਨਾਨ ਐਸੈਂਸ਼ੀਅਲ ਟਰੈਵਲ ਕੋਈ ਹੈਗਾ
ਤਾਂ ਉਹਨੂੰ ਆਉਣ ਦੀ ਆਗਿਆ ਨਹੀਂ ਹੋਊਗੀ। ਹਾਂ, ਇਹਨਾਂ ਦੇ ਕੇਸ ਦੇ ਵਿੱਚੋਂ ਇਹ ਫੈਮਿਲੀ ਰੀਯੂਨੀਫਿਕੇਸ਼ਨ ਦਾ ਮਾਮਲਾ ਹੈ, ਜਿੱਥੇ ਕਿ ਇਹਨੂੰ ਐਗਜ਼ੈਂਪਟ ਕੀਤਾ ਗਿਆ ਹੈ, ਤਾਂ ਫਿਰ ਉਹ ਆ ਸਕਣਗੇ, ਪਰ ਹਾਲੇ 19 ਮਈ ਤੱਕ ਉਹ ਅਰਜ਼ੀ ਵੀ ਨਹੀਂ ਕਰ ਸਕਦੇ। ਸਰ ਅਸੀਂ ਗੱਲ ਕਰ ਰਹੇ ਸੀ ਇਮੀਗ੍ਰੇਸ਼ਨ ਦੇ ਪ੍ਰੋਸੈਸ ਤੇ ਉਹਦੇ ਕਿ ਐਪਲੀਕੇਸ਼ਨਸ ਤੇ ਕਿੰਨਾ ਅਸਰ ਪਏਗਾ। ਤੁਸੀਂ ਦੱਸ ਰਹੇ ਸੀ ਕਿ ਹਰ ਸਾਲ ਜਿਹੜੇ ਆ ਰਿਟਾਇਰ ਹੋ ਰਹੇ ਨੇ, ਪਰ ਇਸ ਵਾਰੀ ਅਸੀਂ ਦੇਖ ਰਹੇ ਹਾਂ ਕਿ ਕੁਝ ਲੋਕਾਂ ਦੀਆਂ ਜੌਬਸ ਵੀ ਗਈਆਂ ਨੇ ਡਿਊ ਟੂ ਕੋਵਿਡ, ਤੇ ਕੀ ਇਸ ਦਾ ਉਹਨਾਂ ਲੋਕਾਂ ਦੇ ਉੱਤੇ ਅਸਰ ਪਏਗਾ ਜਿਹੜੇ ਵਰਕ ਪਰਮਿਟ ਲਈ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਸਟੂਡੈਂਟਸ ਇੱਥੇ ਪਹੁੰਚੇ ਹੋਏ ਨੇ? ਬਿਲਕੁਲ ਤਰਨ, ਇਹ ਜਿਹੜਾ ਹੈਗਾ ਇਹ ਸੈਕਟਰ ਵਾਈਜ਼ ਡਿਫਾਈਨ ਕੀਤਾ ਜਾਊਗਾ। ਤਾਂ ਕੁਝ ਸੈਕਟਰਸ ਨੂੰ ਅੱਜ ਹੀ ਜਿਹੜੀ ਆ ਪ੍ਰਾਇੋਰਟੀ ਪ੍ਰੋਸੈਸਿੰਗ ਜਿਹੜੀ ਦਿੱਤੀ ਗਈ ਹੈ। ਸੋ ਉਹਦੇ ਵਿੱਚੋਂ ਫਾਰਮ ਐਗਰੀਕਲਚਰ ਵਰਕਰਸ ਹੈਗੇ ਨੇ, ਫਾਰਮ ਸੁਪਰਵਾਈਜ਼ਰਸ ਹੈਗੇ ਨੇ, ਟਰਾਂਸਪੋਰਟ ਟਰੱਕ ਡਰਾਈਵਰਸ ਹੈਗੇ ਨੇ, ਮੀਟ ਕਟਰਸ ਹੈਗੇ ਨੇ, ਇੰਡਸਟਰੀਅਲ ਮੀਟ ਕਟਰਸ ਵੀ ਹੈਗੇ ਨੇ, ਤੇ ਇਹਦੇ ਨਾਲ ਨਾਲ ਫਿਸ਼ਰੀਜ਼ 'ਚ ਕੰਮ ਕਰਨ ਵਾਲੇ ਵੀ ਲੋਕ ਨੇ। ਸੋ ਫਿਲਹਾਲ ਜਿਹੜੀਆਂ ਇਹ ਅਰਜ਼ੀਆਂ ਨੇ, ਇਹਨਾਂ ਨੂੰ ਪ੍ਰਾਇੋਰਟੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਲੇਬਰ ਮਾਰਕੀਟ ਦੇ ਵਿੱਚੋਂ। ਹਾਂ, ਹੁਣ ਉਹ ਸੈਕਟਰਸ ਜਿੱਥੇ ਜਿਵੇਂ ਰੀਟੇਲ ਹੈਗਾ, ਸੋ ਰੀਟੇਲ ਤਾਂ ਆਪਾਂ ਨੂੰ ਪਤਾ ਬੰਦ ਹੈਗਾ ਜੀ, ਸੋ ਆਫਕੋਰਸ ਉੱਥੇ ਜਦੋਂ ਖੁੱਲ੍ਹਾ ਨਹੀਂ ਤਾਂ ਉਹਦੇ 'ਚ ਪ੍ਰੋਸੈਸਿੰਗ ਨਹੀਂ ਹੋ ਸਕਦੀ। ਪਰ ਫਿਸ਼ਰੀ ਦਾ ਸਰਟਨ ਸੀਜ਼ਨ ਹੈ, ਤਾਂ ਫਿਸ਼ ਨੂੰ ਵੀ ਆਪਾਂ ਸਰਟਨ ਟਾਈਮ ਹੀ ਹਾਰਵੈਸਟ ਕਰ ਸਕਦੇ ਹਾਂ। ਐਗਰੀਕਲਚਰ ਵੀ ਇੱਕ ਸਰਟਨ ਸੀਜ਼ਨ 'ਚ ਹੀ ਕੰਮ ਹੋ ਸਕਦਾ ਹੈ, ਤੇ ਸਪਲਾਈ ਚੇਨ ਨੂੰ ਮੈਨੇਜ ਕਰਨ ਲਈ ਅਤਿਅੰਤ ਜ਼ਰੂਰੀ ਹੈ ਕਿ ਟਰਾਂਸਪੋਰਟ ਟਰੱਕ ਡਰਾਈਵਰ ਹੋਣੇ ਚਾਹੀਦੇ ਨੇ। ਤੇ ਇਹਦੇ ਨਾਲ ਨਾਲ ਜਿਵੇਂ ਆਪਾਂ ਪਿੱਛੇ ਵੀ ਖਬਰਾਂ 'ਚ ਸੁਣਦੇ ਰਹੇ ਹਾਂ ਕਿ ਜਿਹੜੇ ਮੀਟ ਪ੍ਰੋਸੈਸਿੰਗ ਪਲਾਂਟਸ ਨੇ, ਉਹਨਾਂ ਦੇ ਉੱਤੇ ਵੀ ਬੰਦ ਹੋਣ ਦਾ ਜਿਹੜਾ ਖਤਰਾ ਹੈ, ਜਿੱਥੇ ਲੋਕ ਨਹੀਂ ਕੰਮ ਕਰ ਰਹੇ, ਸੋ ਉਹਨਾਂ ਨੂੰ ਵੀ ਪ੍ਰਾਇੋਰਟੀ ਪ੍ਰੋਸੈਸਿੰਗ ਦੇ ਵਿੱਚੋਂ ਲਿਆਂਦਾ ਜਾ ਰਿਹਾ। ਇਹ ਤਾਂ ਟੈਂਪਰੇਰੀ ਫੋਰਨ ਵਰਕਰਸ ਦੀ ਗੱਲ ਮੈਂ ਕਰ ਰਿਹਾ ਜੀ। ਬਿਲਕੁਲ ਆਪਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ, ਟੰਡ ਤੋਂ ਬੋਲ ਰਹੇ ਸੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਪੁੱਛਣਾ ਸੀ ਮੇਰਾ ਨਾ ਓਪਨ ਵਰਕ ਪਰਮਿਟ ਲੱਗਿਆ ਹੈ ਜੀ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਤੁਸੀਂ ਲਾਊਡ ਬੋਲੋਗੇ? ਮੇਰਾ ਓਪਨ ਵਰਕ ਪਰਮਿਟ ਲੱਗਾ ਸੀਗਾ ਜੀ, ਮੈਂ ਲਵਾਇਆ ਸੀ ਜੀ। ਉਹਦਾ ਅਪਰੂਵਲ ਆ ਗਈ ਸੀ। ਓਪਨ ਵਰਕ ਪਰਮਿਟ ਦੇ ਉੱਤੇ ਅਪਰੂਵਲ ਆ ਗਈ ਜਾਂ ਰਿਫਿਊਜ਼ਲ ਆ ਗਈ? ਨਹੀਂ, ਅਪਰੂਵਲ ਤਾਂ ਆ ਗਈ। ਅਪਰੂਵਲ ਆ ਗਈ ਜੀ। ਹਾਂਜੀ, ਉਸ ਤੋਂ ਬਾਅਦ ਜਿੱਥੋਂ ਮੈਂ ਲਵਾਇਆ ਸੀ ਉਹਨਾਂ ਨੇ ਯੂਨਿਟ ਚੇਂਜ ਕਰ ਲਈ ਸੀਗੀ। ਉਹ ਮੈਨੂੰ ਕਹਿੰਦੇ ਮੇਰੀ ਅਪਰੂਵਲ ਤਾਂ 3 ਮਹੀਨੇ ਹੋ ਗਏ ਜੀ। ਉਹ ਕਹਿੰਦੇ ਅਸੀਂ ਵੈਰੀਫਿਕੇਸ਼ਨ ਪਾਈ ਵੀ ਹੈ, ਵੀ ਉਹਨੂੰ ਕਿੰਨਾ ਟਾਈਮ ਲੱਗਦਾ ਦੱਸ ਸਕਦੇ ਹੋ? ਜੀ ਸਰ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ, ਸਵਾਲ ਮੈਂ ਸਮਝ ਗਿਆ ਜੀ ਬਿਲਕੁਲ, ਆਪਾਂ ਟੀਵੀ ਸਕਰੀਨ ਤੇ ਜੀ ਤੁਹਾਨੂੰ ਆਨਸਰ ਦੇ ਰਹੇ ਹਾਂ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸੋ ਇਹਨਾਂ ਦਾ ਜਿਹੜਾ ਸਵਾਲ ਹੈਗਾ ਤਰਨ, ਉਹ ਇਹ ਹੈਗਾ ਕਿ ਉਹਨਾਂ ਨੂੰ ਫਿਜ਼ੀਕਲ ਕਾਪੀ ਹੈ, ਜਿਹੜਾ ਹਾਰਡ ਕਾਪੀ ਹੈਗਾ, ਉਹ ਨਹੀਂ ਮਿਲਿਆ। ਸੋ ਅਪਰੂਵਲ ਆਉਣ ਦਾ ਮਤਲਬ ਹੈ ਕਿ ਜਿਹੜੀ ਇਮੀਗ੍ਰੇਸ਼ਨ ਨੇ ਇਹਨਾਂ ਨੂੰ ਈਮੇਲ ਭੇਜਤੀ ਹੈ, ਤੇ ਉਹ ਈਮੇਲ 'ਤੇ ਦੱਸਦਾ ਕਿ ਫਲਾਣੇ ਵਕਤ ਤੋਂ ਲੈ ਕੇ ਫਲਾਣੇ ਵਕਤ ਤੱਕ ਤੁਹਾਡਾ ਵਰਕ ਪਰਮਿਟ ਹੈ ਜਿਹੜਾ ਉਹ ਮਨਜ਼ੂਰ ਹੋ ਗਿਆ। ਪਰ ਉਹ ਤੋਂ ਬਾਅਦ ਫਿਜ਼ੀਕਲ ਕਾਪੀ ਦੀ ਜ਼ਰੂਰਤ ਇਹਨਾਂ ਨੂੰ ਹੈਗੀ ਹੈ, ਤੇ ਉਹ ਫਿਜ਼ੀਕਲ ਕਾਪੀ ਜਿਵੇਂ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਨੂੰ ਨਹੀਂ ਮਿਲੀ, ਤੇ ਉਹਨਾਂ ਨੇ ਜੋ ਵੀ ਉਹਨਾਂ ਲਈ ਕੰਮ ਕਰ ਰਹੇ ਸੀ, ਉਹਨਾਂ ਨੇ ਦੁਬਾਰੇ ਕਾਪੀ ਮੰਗਵਾਉਣ ਲਈ ਜਿਹੜੀ ਕਾਰਵਾਈ ਅੱਗੇ ਕੀਤੀ ਹੈਗੀ ਆ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜੇ ਤੁਹਾਨੂੰ ਅਪਰੂਵਲ ਹੋ ਚੁੱਕੀ ਹੈ, ਸੌਫਟ ਕਾਪੀ ਤੁਹਾਨੂੰ ਈਮੇਲ ਆ ਚੁੱਕੀ ਹੈਗੀ ਹੈ, ਉਹ ਤੁਹਾਡਾ ਸਟੇਟਸ ਬਰਕਰਾਰ ਰੱਖਣ ਲਈ ਇਨਫ ਹੈਗੀ ਹੈ। ਸੋ ਜਿਹੜਾ ਫਿਜ਼ੀਕਲ ਕਾਪੀ ਹੈਗਾ, ਉਹ ਡਾਕੂਮੈਂਟ ਇਹਨਾਂ ਨੂੰ ਕਿਸ ਜ਼ਰੂਰਤ ਲਈ ਚਾਹੀਦਾ, ਉਹ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਉਹ ਕਿਉਂ ਚਾਹੁੰਦੇ ਆ, ਕਿਉਂਕਿ ਸਟੇਟਸ ਇਹਨਾਂ ਦਾ ਬਰਕਰਾਰ ਹੈ। ਤੇ ਦੂਜਾ, ਇਹਦੇ ਨਾਲ ਨਾਲ ਜੇ ਉਹਦਾ ਸੈਕੰਡ ਕਾਪੀ ਮੰਗਾਉਣਾ ਹੈਗਾ ਤਾਂ ਉਹਦੇ ਲਈ ਵੈਰੀਫਿਕੇਸ਼ਨ ਕਾਪੀ ਨਹੀਂ ਹੁੰਦਾ ਹੈਗਾ, ਉਹ ਇੱਕ ਵੱਖਰਾ ਕਾਪੀ ਚਾਹੀਦਾ ਹੁੰਦਾ ਹੈਗਾ। ਸੋ ਉਹਦੇ ਲਈ ਇੱਕ ਪ੍ਰੋਸੈਸ ਹੈ, ਉਸ ਪ੍ਰੋਸੈਸ ਦੇ ਵਿੱਚੋਂ ਦੀ ਲੰਘਣਾ ਜ਼ਰੂਰੀ ਹੋਊਗਾ। ਸੋ ਉਹਨਾਂ ਨੇ ਪਤਾ ਕਿ ਵੈਰੀਫਿਕੇਸ਼ਨ ਆਫ ਸਟੇਟਸ ਲਈ ਉਹਨਾਂ ਨੇ ਐਪਲੀਕੇਸ਼ਨ ਕੀਤਾ, ਜਾਂ ਸੈਕੰਡ ਕਾਪੀ ਮੰਗਾਉਣ ਲਈ ਐਪਲੀਕੇਸ਼ਨ ਕੀਤਾ, ਜਾਂ ਉਹਨਾਂ ਨੇ ਨੈਵਰ ਰਿਸੀਵਡ ਦੈਟ ਡਾਕੂਮੈਂਟ ਲਈ ਐਪਲੀਕੇਸ਼ਨ ਕੀਤਾ। ਹੁਣ ਉਹ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਤਾਂ ਨਹੀਂ ਹੈਗੀ ਹੈ, ਪਰ ਉਹਦਾ ਇੱਕ ਪ੍ਰੋਸੈਸ ਹੈਗਾ ਜਿਹਦੇ ਵਿੱਚ ਦੀ ਲੰਘਣਾ ਪੈਣਾ। ਪਰ ਉਹਨਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹਨਾਂ ਨੂੰ ਆਲਰੇਡੀ ਅਪਰੂਵ ਹੋ ਚੁੱਕਿਆ ਹੈਗਾ। ਉਹ ਉਹਨਾਂ ਦੇ ਕੈਨੇਡਾ 'ਚ ਰਹਿਣ ਤੇ ਕੰਮ ਕਰਨ ਲਈ ਇਨਫ ਹੈਗਾ। ਜੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਫਿਜ਼ੀਕਲ ਕਾਪੀ ਦੀ ਜ਼ਰੂਰਤ ਹੈ, ਉਹ ਵੱਖਰੇ ਪ੍ਰੋਸੈਸ ਦੇ ਥਰੂ ਮੰਗਾ ਸਕਦੇ ਜੀ। ਸਰ, ਅਸੀਂ ਟੈਂਪਰੇਰੀ ਫੋਰਨ ਵਰਕਰਸ ਦੀ ਗੱਲ ਕਰ ਸੀ, ਜਿਹਦੇ ਵਿੱਚ ਤੁਸੀਂ 4 ਕੈਟਾਗਰੀਜ਼ ਦੀ ਗੱਲ ਕੀਤੀ ਸੀ ਕਿ ਜਿਨ੍ਹਾਂ ਨੂੰ ਇਸ ਵਕਤ ਪ੍ਰੀਓਰਿਟੀ ਦੇ ਬੇਸ ਦੇ ਉੱਤੇ ਜਿਹੜਾ ਕੰਮ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ, ਤੇ ਉਹਨਾਂ ਦੀਆਂ ਜਿਹੜੀਆਂ ਫਾਈਲਿੰਗ ਆ ਉਹ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ। ਜੀ ਬਿਲਕੁਲ। ਸੋ ਇਹ ਜਿਹੜਾ ਹੁਣ ਇਹ ਸੈਕਟਰ ਵਾਈਜ਼ ਡਿਮਾਂਡ ਦੇ ਉੱਤੇ ਡਿਪੈਂਡ ਕਰੂਗਾ। ਜਿਵੇਂ ਪਾਰਟਿਕੂਲਰ ਜੇ ਆਪਾਂ ਰੀਟੇਲ ਦੀ ਗੱਲ ਕਰੀਏ ਤਾਂ ਰੀਟੇਲ 'ਚ ਤਾਂ ਆਫ ਕੋਰਸ ਜਿਹੜਾ ਜੌਬਸ ਅਵੇਲੇਬਲ ਨਹੀਂ ਹੋਣਗੀਆਂ, ਕਿਉਂਕਿ ਜਿਹੜੇ ਫੋਰਨ ਵਰਕਰਸ ਨੇ, ਉਹ ਜਿਹੜਾ ਪ੍ਰੋਸੈਸਿੰਗ ਦਾ ਮੈਂਡੇਟ ਹੈ ਉਹ ਸਰਵਿਸ ਕੈਨੇਡਾ ਕੋਲ ਹੈ।
ਸਰਵਿਸ ਕੈਨੇਡਾ ਉਹ ਮਹਿਕਮਾ ਹੈਗਾ ਤਰਨ, ਜਿਹੜਾ ਜਦ ਕਿੰਨੇ ਲੋਕ ਜੌਬ ਜਿਨ੍ਹਾਂ ਦੀ ਛੁੱਟਦੀ ਹੈ, ਕਿੰਨਿਆਂ ਨੂੰ EI ਮਿਲਦਾ ਹੈਗਾ, ਤੇ ਉਹਨਾਂ ਦਾ ਮੈਂਡੇਟ ਹੈ ਉਹਨਾਂ ਨੇ ਦੇਖਣਾ ਕਿ ਕੈਨੇਡੀਅਨ ਸਿਟੀਜ਼ਨਸ ਤੇ ਪਰਮਾਨੈਂਟ ਰੈਜ਼ੀਡੈਂਟਸ ਲਈ ਜਿਹੜੀਆਂ ਨੌਕਰੀਆਂ ਉਹ ਅਵੇਲੇਬਲ ਹੋਣ। ਸਭ ਤੋਂ ਪਹਿਲਾਂ ਜੇ ਉਹ ਕੰਮ ਕਰਨ ਲਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਅਵੇਲੇਬਲ ਨਹੀਂ ਹੈਗੇ, ਤਾਂ ਹੀ ਉਹ ਨੌਕਰੀ ਹੈ ਕਿਸੇ ਵਿਦੇਸ਼ੀ ਨੂੰ, ਫੋਰਨ ਨੈਸ਼ਨਲ ਨੂੰ ਦਿੱਤੀ ਜਾਵੇ। ਸੋ ਉਹ ਜਿਹੜਾ ਡਾਟਾ ਉਹ ਤਾਂ ਸੈਕਟਰ ਵਾਈਜ਼ ਹੀ ਡਿਫਾਈਨ ਕਰ ਸਕਣਗੇ, ਪਰ ਜਿਉਂ-ਜਿਉਂ ਨੀਡ ਜਿਸ ਕਿਸਮ ਦੀ ਹੋਊਗੀ ਉਹਦੇ ਹਿਸਾਬ ਨਾਲ ਉਹ ਪ੍ਰਾਇੋਰਟੀ ਪ੍ਰੋਸੈਸਿੰਗ ਕਰ ਰਹੇ ਨੇ, ਜਿਹਦੇ ਨਾਲ ਉਹਨਾਂ ਨੇ ਬਹੁਤ ਫਲੈਕਸੀਬਿਲਿਟੀ ਵੀ ਦਿਖਾਈ ਹੈ। ਜਿਵੇਂ ਆਪਾਂ ਫਾਰਮ ਵਰਕਰਸ ਦੀ ਗੱਲ ਕਰੀਏ ਤਾਂ ਕੋਈ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਹੀ ਨਹੀਂ ਹੈਗੀ ਹੈ। ਤੁਸੀਂ ਅੱਜ ਕੋਈ ਫਾਰਮਰ ਚਾਹੁੰਦਾ ਵਰਕਰ ਲਈ ਐਪਲੀਕੇਸ਼ਨ ਕਰ ਸਕਦਾ ਹੈ। ਸਿਮਿਲਰਲੀ ਫਿਸ਼ਰੀ 'ਚ ਵੀ ਇਹੀ ਹੈਗਾ। ਤੇ ਦੂਜਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕੀਤਾ ਹੈਗਾ ਕਿ ਜਿਹੜਾ ਵਰਕ ਪਰਮਿਟ ਹੈ ਉਹ 1 ਸਾਲ ਦੀ ਬਜਾਏ ਉਹਨਾਂ ਨੂੰ 2 ਸਾਲ ਦਾ ਦਿੱਤਾ ਜਾਵੇ, ਤਾਂ ਕਿ ਬਾਰ-ਬਾਰ ਪ੍ਰੋਸੈਸਿੰਗ ਕਰਨ ਦੀ ਜ਼ਰੂਰਤ ਨਾ ਪਵੇ। ਸੋ ਇਹ ਤਾਂ ਆਪ ਜੀ ਦਾ ਸਵਾਲ ਬਿਲਕੁਲ ਸਹੀ ਹੈ ਕਿ ਜਿਹੜੇ ਲੋਕਾਂ ਦੀਆਂ ਨੌਕਰੀਆਂ ਚਲੀ ਜਾਣਗੀਆਂ ਤਾਂ ਵਿਦੇਸ਼ੀਆਂ ਨੂੰ ਨੌਕਰੀ ਨਾ ਦਿੱਤੀ ਜਾਵੇ, ਪਰ ਇਹਦੇ ਤੇ ਨਾਲ ਜਿਹੜਾ ਰਿਫਲੈਕਟ ਕਰਨ ਦੀ ਲੋੜ ਹੈ ਉਹ ਹੈਗੀ ਪਰਮਾਨੈਂਟ ਰੈਜ਼ੀਡੈਂਸ ਦੇ ਨੰਬਰਸ ਦੇ ਉੱਤੇ। ਸੋ ਪਰਮਾਨੈਂਟ ਰੈਜ਼ੀਡੈਂਸ ਦੇ ਨੰਬਰ ਤਾਂ ਬਰਕਰਾਰ ਕਰਨੇ ਜ਼ਰੂਰੀ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਰਿਟਾਇਰੀ ਰੇਸ਼ੋ ਹੈ ਜਿਹੜੀ ਉਹ 2036 'ਚ 40 ਰਿਟਾਇਰੀਆਂ ਪਿੱਛੇ 100 ਬੰਦੇ ਕੰਮ ਕਰਨ ਵਾਲੇ ਹੋਣਗੇ, ਜਿਹੜੇ 1970 'ਚ 13 ਪਿੱਛੇ 100 ਕੰਮ ਕਰਨ ਵਾਲੇ ਸੀ। ਸੋ ਜੇ ਇਹ ਨੰਬਰਸ ਨੂੰ ਬਰਕਰਾਰ ਨਾ ਰੱਖਿਆ ਗਿਆ ਤਾਂ ਫਿਰ ਜਿਹੜੇ ਲੋਕਾਂ ਨੂੰ ਬੈਨੀਫਿਟ ਮਿਲ ਰਹੇ ਨੇ, ਪੈਨਸ਼ਨ ਮਿਲ ਰਹੀ ਹੈ, ਹੈਲਥ ਸਰਵਿਸਿਜ਼ ਮਿਲ ਰਹੀਆਂ ਨੇ, ਉਹ ਜੇ ਨਵੇਂ ਲੋਕ ਨਹੀਂ ਆਉਣਗੇ ਉੱਥੇ, ਆਪਾਂ ਟੈਂਪਰੇਰੀ ਵਰਕਰਸ ਦੀ ਗੱਲ ਨਹੀਂ ਕਰ ਰਹੇ ਕਿ ਉਹ ਦੂਜਿਆਂ ਦੀ ਨੌਕਰੀ ਲਿਜਾ ਰਹੇ ਨੇ, ਆਪਾਂ ਪਰਮਾਨੈਂਟ ਰੈਜ਼ੀਡੈਂਟਸ ਤੇ ਸਿਟੀਜ਼ਨਸ ਦੀ ਗੱਲ ਕਰ ਰਹੇ ਹਾਂ, ਤਾਂ ਕਿ ਉਹਨਾਂ ਦਾ ਉਹ ਮੇਨਟੇਨ ਕਰਕੇ ਰੱਖਣਾ ਅਤਿਅੰਤ ਜ਼ਰੂਰੀ ਹੈਗਾ। ਸੋ ਉਹ ਜਿਹੜੇ ਨੰਬਰਸ ਨੇ ਉਹਨਾਂ ਨੂੰ ਤਾਂ ਬਿਲਕੁਲ ਉੱਦਾਂ ਹੀ ਬਰਕਰਾਰ ਕਰਕੇ ਰੱਖਿਆ ਜਾਊਗਾ, ਉਹ 'ਚ ਤਾਂ ਕੋਈ ਦੋ ਰਾਵਾਂ, ਮਿਨਿਸਟਰ ਨੇ ਵੀ ਬਹੁਤ ਕਲੀਅਰ ਕਰਤਾ। ਹਾਂਜੀ, ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚੋਂ ਜਿਹੜੀ ਬਹੁਤ ਫਲੈਕਸੀਬਿਲਿਟੀ ਲਿਆਉਣ ਦੀ ਗੱਲ ਵੀ ਆਖੀ ਹੈਗੀ ਆ। ਹੁਣ ਉਹ ਫਲੈਕਸੀਬਿਲਿਟੀ ਕਈ ਕਿਸਮ ਨਾਲ ਆ ਸਕਦੀ ਹੈ। ਇੱਕ ਤਾਂ ਇਹ ਇੰਡਸਟਰੀ ਹੈ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦਾ ਤਰਨ, ਇਹ ਕਰੀਬਨ 16 ਤੋਂ ਲੈ ਕੇ 17 ਬਿਲੀਅਨ ਡਾਲਰਸ ਹੈ ਜਿਹੜਾ ਉਹ ਹਰ ਸਾਲ GDP ਦੇ ਵਿੱਚ, ਇਕਨੋਮੀ ਵਿੱਚ ਪੰਪ ਕਰਦਾ ਹੈਗਾ। ਸੋ ਆਪਾਂ ਇਹ ਕਹਿ ਸਕਦੇ ਹਾਂ ਟੂ ਬਿਗ ਟੂ ਫੇਲ ਹੈਗਾ। ਸੋ ਇਹ ਐਡਾ ਵੱਡਾ ਜਿਹੜਾ ਕੈਨੇਡਾ ਇਸ ਬੈਨੀਫਿਟ ਨੂੰ ਅੱਖੋਂ ਪਰੋਖੇ ਬਿਲਕੁਲ ਨਹੀਂ ਕਰ ਸਕਦਾ। ਤੇ ਇਸੇ ਕਰਕੇ ਹੀ ਇਹਦੇ ਉੱਤੇ ਜਿਹੜੇ ਫਲੈਕਸੀਬਿਲਿਟੀ ਦਿਖਾਈ ਜਾ ਰਹੀ ਹੈ। ਹੁਣ ਸਭ ਤੋਂ ਪਹਿਲੀ ਫਲੈਕਸੀਬਿਲਿਟੀ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ 'ਚ ਪ੍ਰੈਜ਼ੈਂਟ ਨੇ ਉਹਨਾਂ ਨੂੰ ਆਨਲਾਈਨ ਕਲਾਸਿਸ ਦੇ ਉੱਤੇ ਵੀ ਵਰਕ ਪਰਮਿਟ ਦੇਣ ਦੀ ਮਨਜ਼ੂਰੀ ਹੈ ਜਿਹੜੀ ਦਿੱਤੀ। ਇਹ ਵੀ ਫਲੈਕਸੀਬਲ ਹੋਣ ਦਾ ਤਰੀਕਾ ਹੈ ਕਿ ਜਿੱਥੇ ਉਹ ਜੇ ਆਨਲਾਈਨ ਪੜ੍ਹਨਗੇ ਤਾਂ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਜ਼ਰੂਰ ਮਿਲ ਜੂਗਾ। ਪਹਿਲਾਂ ਕਿ ਜਿਹੜਾ ਕਿ ਜੇ ਤੁਸੀਂ ਆਨਲਾਈਨ ਸੀ ਤਾਂ ਤੁਹਾਨੂੰ ਵਰਕ ਪਰਮਿਟ ਕਿਸੇ ਹਾਲਾਤ 'ਚ ਨਹੀਂ ਜੀ। ਇੱਕ ਕਾਲ ਅਸੀਂ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰਿਓ ਜੀ। ਹਾਂਜੀ ਮੈਮ, ਹੁਣ ਪੁੱਛੋ ਕੀ ਸਵਾਲ ਹੈ ਤੁਹਾਡਾ? ਜੀ ਲੱਗਦਾ ਹੈ ਸਾਡਾ ਡਿਸਕਨੈਕਟ ਹੋ ਗਿਆ। ਸਰ ਅਸੀਂ ਆਨਲਾਈਨ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਆਨਲਾਈਨ ਸਟੱਡੀ ਕਰਨਗੇ ਉਹਨਾਂ ਨੂੰ ਵੀ ਵਰਕ ਪਰਮਿਟ ਪ੍ਰੋਵਾਈਡ ਕੀਤਾ ਜਾਏਗਾ, ਪਰ ਸਰ ਕੀ ਇਹਨਾਂ ਦੀ ਡਿਊਰੇਸ਼ਨ ਓਨੀ ਹੀ ਹੋਏਗੀ ਜਿੰਨੀ ਜੇ ਅਸੀਂ ਰੈਗੂਲਰ ਸਟੱਡੀ ਕਰਦੇ ਸੀ ਤਾਂ ਜਿੰਨੀ ਦਿੱਤੀ ਜਾਂਦੀ ਸੀ ਵਰਕ ਪਰਮਿਟ ਦੀ ਡਿਊਰੇਸ਼ਨ? ਬਿਲਕੁਲ ਤਰਨ, ਜੇ ਤਾਂ ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਫਿਰ ਇਹ ਫਲੈਕਸੀਬਿਲਿਟੀ ਉਹਨਾਂ ਲਈ ਹੈਗੀ ਹੈ ਕਿ ਜਿੰਨਾ ਉਹਨਾਂ ਦਾ ਪੜ੍ਹਾਈ ਦਾ ਡਿਊਰੇਸ਼ਨ ਹੈਗਾ, ਦੌਰਾਨੀ ਹੈ, ਉਨੇ ਦਾ ਹੀ ਉਹਨਾਂ ਨੂੰ ਵਰਕ ਪਰਮਿਟ ਮਿਲੂਗਾ, ਪ੍ਰੋਵਾਈਡਡ ਕਿ ਉਹਨਾਂ ਦੀ 50% ਤੋਂ ਜਿਹੜੀ ਵੱਧ ਆਨਲਾਈਨ ਨਾ ਹੋਵੇ। ਹੁਣ ਜੇ ਆਪਾਂ ਕਰੰਟ ਸਿਚੁਏਸ਼ਨ ਨੂੰ ਦੇਖੀਏ ਇਸ ਵੇਲੇ ਸਾਹਮਣੇ, ਤਾਂ ਮਾਰਚ ਦੇ ਵਿੱਚੋਂ ਸਕੂਲਸ, ਕਾਲਜਸ, ਯੂਨੀਵਰਸਿਟੀਜ਼ ਨੂੰ ਬੰਦ ਕੀਤਾ ਗਿਆ ਸੀਗਾ ਤੇ ਆਪਾਂ ਨੂੰ ਪਤਾ ਸੀ ਅਪ੍ਰੈਲ ਦੇ ਵਿੱਚੋਂ ਸਮੈਸਟਰ ਪੂਰਾ ਹੁੰਦਾ ਸੀ ਉਹਨਾਂ ਦਾ। ਸੋ ਆਫ ਕੋਰਸ ਉਹ 50% ਤੋਂ ਘੱਟ ਹੋਊਗਾ। ਤੇ ਦੂਜਾ ਹੁਣ ਮਈ ਤੋਂ ਲੈ ਕੇ ਤੇ ਅਗਲਾ ਜਿਹੜਾ ਸੈਸ਼ਨ ਆ ਉਹ ਅਗਸਤ ਤੱਕ ਹੋਊਗਾ। ਸੋ ਹੁਣ ਤਾਂ ਵੀ ਜੇ ਇਹ 2 ਸਮੈਸਟਰ ਕੋਈ ਪੜ੍ਹ ਲੂਗਾ ਆਨਲਾਈਨ ਤਾਂ ਵੀ ਉਹ 50% ਤੋਂ ਤਾਂ ਸਟਿਲ ਘੱਟ ਹੋਊਗਾ ਨਾ, ਕਿਉਂਕਿ 4 ਸਮੈਸਟਰ ਦੀ ਪੜ੍ਹਾਈ ਹੈ, 2 ਸਮੈਸਟਰ ਉਹਨੇ ਪੜ੍ਹ ਲਏ ਤਾਂ ਵੀ ਉਹਨੂੰ ਉਨੇ ਦਾ ਹੀ ਵਰਕ ਪਰਮਿਟ ਹੈ ਜਿਹੜਾ ਉਸੇ ਸਮੇਂ ਦਾ ਮਿਲੂਗਾ। ਹਾਂ, ਇਹ 'ਚ ਹੋਰ ਵੀ ਅੱਗੇ ਜੇ ਇਹ ਸਿਚੁਏਸ਼ਨ ਹੈ ਕਿ ਸਕੂਲਸ, ਕਾਲਜ ਜਾਂ ਯੂਨੀਵਰਸਿਟੀਜ਼ ਨਹੀਂ ਖੁੱਲ੍ਹਦੇ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਸਰਕਾਰ ਇਹਨੂੰ ਹੋਰ ਫਲੈਕਸੀਬਲ ਵਧਾ ਦੇ ਕੇ 50% ਤੋਂ ਵੀ ਵੱਧ ਕਰ ਦੇ, ਪਰ ਉਹਦੇ ਆਪਾਂ ਨੂੰ ਆਸਾਰ ਇਸ ਵੇਲੇ ਨਹੀਂ ਨਜ਼ਰ ਆਉਂਦੇ, ਕਿਉਂਕਿ ਜੇ ਆਪਾਂ ਕਿਬੈਕ ਦਾ ਐਗਜ਼ਾਮਪਲ ਲਈਏ ਤਾਂ ਕਿਬੈਕ ਨੇ ਤਾਂ 19 ਮਈ ਤੋਂ ਆਪਣੇ ਸਕੂਲ ਖੋਲ੍ਹਣ ਦਾ ਜਿਹੜਾ ਐਲਾਨ ਕਰਤਾ ਹੈ ਜੀ, ਪਰਮਿਸ਼ਨ ਦੇ ਦਿੱਤੀ ਹੈ। ਸੋ ਸ਼ਾਇਦ ਉਹ ਨਹੀਂ ਵਧੂਗਾ, ਪਰ ਫਿਲਹਾਲ ਇਹ 50% ਹੈ। ਇਹ ਫਲੈਕਸੀਬਿਲਿਟੀ ਜਿਹੜੇ ਵਿਦ ਇਨ ਕੈਨੇਡਾ ਪ੍ਰੈਜ਼ੈਂਟ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਜਿਹੜੀ ਦਿੱਤੀ ਗਈ ਹੈ। ਦੂਜੀ ਫਲੈਕਸੀਬਿਲਿਟੀ ਦੀ ਜੇ ਆਪਾਂ ਗੱਲ ਕਰੀਏ ਤਾਂ 31 ਅਗਸਤ
2020 ਤੱਕ ਇਹ ਵੀ ਪਰਮਿਸ਼ਨ ਦਿੱਤੀ ਗਈ ਹੈ ਕਿ ਉਹ ਫੁੱਲ ਟਾਈਮ ਮਤਲਬ ਕਿ ਕੰਮ ਕਰ ਸਕਦੇ ਨੇ। 20 ਘੰਟੇ ਦੀ ਬਜਾਏ ਉਹਨਾਂ ਨੂੰ 40 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਜਿਹੜੀ ਦਿੱਤੀ ਗਈ ਹੈ। ਇਹ ਵੀ ਫਲੈਕਸੀਬਿਲਿਟੀ ਹੈ, ਤੇ ਉਹ ਵੀ ਕੈਨੇਡਾ ਇੱਕ ਫਾਇਦੇ ਦੇ ਤੌਰ ਤੇ ਦੇਖ ਰਿਹਾ ਹੈ, ਤਾਂ ਕਿ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ, ਐਸੈਂਸ਼ੀਅਲ ਸਰਵਿਸਿਜ਼ ਜਾਂ ਫਿਰ ਉਹ ਹੈਲਥ ਕੇਅਰ ਦੇ ਵਿੱਚੋਂ ਕੰਮ ਕਰਨ ਵਾਲੇ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਤੋਂ ਵੱਧ ਜਿਹੜਾ ਲਾਹਾ ਲਿਆ ਜਾ ਸਕੇ। ਪਰ ਨਾਲ ਦੀ ਨਾਲ ਉਹਨਾਂ ਦਾ ਵੀ ਫਾਇਦਾ ਹੋ ਰਿਹਾ, ਤਾਂ ਕਿ ਉਹ ਉਹਨਾਂ ਨੂੰ ਵੀ ਕੰਮ ਕਰਨ ਦੀ ਉਨੀ ਇਜਾਜ਼ਤ ਜਿਹੜੀ ਮਿਲ ਰਹੀ ਹੈ। ਸਰ ਇਹਦਾ ਫਾਇਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ 40 ਘੰਟੇ ਕੰਮ ਕਰਨ ਦਾ, ਕੀ ਉਹਨਾਂ ਦੇ ਕੱਲ ਨੂੰ ਐਕਸਪੀਰੀਅੰਸ ਵਿੱਚ ਇਸ ਦਾ ਕੋਈ ਐਡ ਆਨ ਹੋਏਗਾ ਜਾਂ ਉਹਨਾਂ ਨੂੰ ਇਸ ਦਾ ਕੋਈ ਫਾਇਦਾ ਮਿਲੇਗਾ? ਨਾਟ ਨੈਸੈਸਰੀਲੀ, ਕਿਉਂਕਿ ਜਿਹੜਾ ਆਪਣਾ ਐਕਸਪੀਰੀਅੰਸ ਹੈ ਉਹ ਜਦੋਂ ਆਪਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈਗਾ, ਜਿਹੜਾ ਕੰਮ ਆਪਾਂ ਉਸ ਦੌਰਾਨ ਕਰਦੇ ਹਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਅਦ, ਆਪਣਾ ਐਕਸਪੀਰੀਅੰਸ ਸਿਰਫ ਉਹੀ ਕਾਊਂਟ ਹੋ ਸਕਦਾ। ਹਾਂਜੀ, ਇਹ ਫਾਇਦਾ ਜ਼ਰੂਰ ਹੈ ਕਿ ਉਹ ਫੁੱਲ ਟਾਈਮ ਕੰਮ ਕਰਕੇ ਆਪਦੇ 4 ਪੈਸੇ ਬਣਾ ਸਕਦੇ ਨੇ, ਤੇ ਇਹਦੇ ਨਾਲ ਉਹਨਾਂ ਨੂੰ ਫੀਸ ਦੇ ਵਿੱਚ ਕੋਈ ਤਕਲੀਫ ਹੈ ਜਿਹੜੀ ਉਹ ਨਹੀਂ ਆਊਗੀ ਜੀ। ਤੇ ਇਹਦੇ ਨਾਲ ਤਰਨੂ ਮੈਂ ਫੀਸ ਦੀ ਗੱਲ ਤੋਂ ਇੱਕ ਪੁਆਇੰਟ ਹੋਰ ਰੇਜ਼ ਕਰਨਾ ਚਾਹੁੰਦਾ ਇੱਥੇ। ਹੁਣ ਇਸ ਸਮੇਂ ਦੇ ਵਿੱਚੋਂ ਇਹ ਵੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਆ ਸਕਦੀ ਹੈ ਜਿੱਥੇ ਉਹਨਾਂ ਕੋਲੇ ਫੀਸ ਦੇਣ ਲਈ ਪੈਸੇ ਸ਼ਾਇਦ ਨਾ ਹੋਣ, ਖਾਸ ਕਰਕੇ ਜੇ ਕੋਈ ਇੰਡੀਆ ਤੋਂ ਇੱਥੇ ਸਟੂਡੈਂਟ ਹੈਗਾ, ਉਹਦੇ ਮਾਂ-ਪਿਓ ਦਾ ਕੋਈ ਕਾਰੋਬਾਰ ਹੈਗਾ, ਉਹ ਕਾਰੋਬਾਰ ਆਪਾਂ ਨੂੰ ਪਤਾ ਲੋਕਡਾਊਨ ਦੌਰਾਨ ਕਈ ਕਾਰੋਬਾਰ ਬੰਦ ਹੈਗੇ ਨੇ ਜੀ, ਸੋ ਤੇ ਕੋਈ ਰੈਵਨਿਊ ਨਹੀਂ ਆ ਰਿਹਾ ਹੈਗਾ। ਸੋ ਜੇ ਰੈਵਨਿਊ ਨਹੀਂ ਆ ਰਿਹਾ, ਤੇ ਜਿਹੜਾ ਸੈਕਸ਼ਨ 208 ਹੈਗਾ, ਧਾਰਾ 208 ਹੈ, ਉਹ ਕਹਿੰਦੀ ਹੈ ਕਿ ਜੇ ਸਟੂਡੈਂਟ ਫੀ ਨਹੀਂ ਦੇ ਸਕਦਾ ਆਪਣੇ ਫਾਈਨੈਂਸ਼ੀਅਲ ਮੀਨਸ ਕਰਕੇ। ਜੀ ਆਪਾਂ ਪਹਿਲਾਂ ਇੱਕ ਦਰਸ਼ਕ ਲੈ ਲਈਏ ਜੀ, ਕਾਲ ਲੈ ਲਈਏ। ਹੈਲੋ ਜੀ ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਟੋਰਾਂਟੋ ਵਿੱਚ ਗੱਲ ਕਰ ਰਿਹਾ ਜੀ। ਜੀ ਸਰ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ, ਮੇਰੀ ਔਰਤ ਹੈ ਸੀ 19 ਤਾਰੀਖ ਨੂੰ ਨਾ ਜੀ, 19 ਮਾਰਚ ਦੇ ਵਿੱਚ ਜੀ, ਤੇ ਉਹਨਾਂ ਨੂੰ ਮੇਲ ਆ ਗਈ ਸੀ ਇੱਕ ਵਾਇਰਸ ਦੀ ਵਜ੍ਹਾ ਨਾਲ ਡਿਲੇ ਹੋ ਗਿਆ ਸੀ। ਤੇ ਇਹ ਹੁਣ ਕਦੋਂ ਤੱਕ ਐਕਸਪੈਕਟਡ ਹੈ ਤੇ ਦਫ਼ਤਰ ਇਹਨਾਂ ਦੇ ਕਦੋਂ ਖੁੱਲਣਗੇ ਅਗਰ ਇਹ ਬੰਦ ਨੇ? ਜੀ ਤੇ ਸਰ ਓਥ ਦੇ ਬਾਰੇ ਵਿੱਚ ਇਹਨਾਂ ਸਵਾਲ ਹਾਂਜੀ, ਉਹ ਹਾਲੇ ਇਨਡੈਫੀਨਿਟਲੀ ਰੋਕ ਹੈਗੀ ਹੈ ਜੀ। ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਕੋਈ ਨਾ ਕੋਈ ਤਰੀਕ ਦਿੱਤੀ ਹੈ ਕਿ ਆਹ ਤਰੀਕ ਨੂੰ ਖੁੱਲੂਗਾ, ਆਹ ਤਰੀਕ ਨੂੰ, ਪਰ ਸਿਟੀਜ਼ਨਸ਼ਿਪ ਦੇ ਉੱਤੇ ਹਾਲੇ ਫਿਲਹਾਲ ਇਨਡੈਫੀਨਿਟ ਰੋਕ ਹੈ ਫਰਦਰ ਆਰਡਰ ਤੱਕ। ਸੋ ਜਦੋਂ ਤੱਕ ਨਵੀਂ ਕੋਈ ਆਰਡਰ ਨਹੀਂ ਆਉਂਦੀ ਉਦੋਂ ਤੱਕ ਹੈ ਜਿਹੜੀ ਉਹ ਰੋਕ ਜਾਰੀ ਰਹੂ ਜੀ। ਤੇ ਆਪਾਂ ਫੀਸ ਦੀ ਗੱਲ ਕਰ ਰਹੇ ਸੀ ਸਰ, ਜਿਹੜਾਂ ਦੇ ਸਟੂਡੈਂਟਸ ਦੀ ਅਸੀਂ ਦੇਖ ਰਹੇ ਹਾਂ ਕਿ ਬੈਕ ਹੋਮਸ ਵੀ ਆਲਮੋਸਟ ਕਈ ਕੰਟਰੀਜ਼ ਦੇ ਵਿੱਚ ਲਾਕਡਾਊਨ ਜਾਂ ਸ਼ਟਡਾਊਨ ਦੀ ਸਥਿਤੀ ਰਹੀ ਹੈ, ਤੇ ਬਿਜ਼ਨੈਸਿਸ ਉਹਨਾਂ ਦੇ ਪੇਰੈਂਟਸ ਤੇ ਵੀ ਪ੍ਰਭਾਵਿਤ ਹੋਏ ਨੇ। ਜੀ ਬਿਲਕੁਲ। ਸੋ ਉਹਨਾਂ ਕੇਸਿਸ ਦੇ ਵਿੱਚੋਂ ਉਹ ਸਰਕਮਸਟੈਂਸਿਸ ਨੇ ਉਹਨਾਂ ਦੇ ਬਿਯੋਂਡ ਰੀਜ਼ਨੇਬਲ ਕੰਟਰੋਲ ਹੈਗੀਆਂ, ਸਥਿਤੀ ਉਹਨਾਂ ਦੇ ਵਸੋਂ ਬਾਹਰ ਹੈ। ਸੋ ਉਹ ਫੀਸ ਨਹੀਂ ਦੇ ਸਕਦੇ, ਜਾਂ ਜਿਹੜੇ ਇੰਡੀਵਿਜੂਅਲ ਤੇ ਉਹ ਡਿਪੈਂਡੈਂਟ ਸੀ, ਮਤਲਬ ਉਹਦਾ ਕੋਈ ਮਾਂ ਪਿਓ ਸੀਗਾ ਜਿਹੜਾ ਉਹਨਾਂ ਨੇ ਫੀਸ ਦੇਣੀ ਸੀ, ਉਹ ਨਹੀਂ ਦੇ ਸਕਦੇ, ਤਾਂ ਉਹਨਾਂ ਲਈ ਜਿਹੜੀ ਕਾਨੂੰਨ ਦੀ ਧਾਰਾ 208 ਦੇ ਥੱਲੇ ਉਹ ਵਰਕ ਪਰਮਿਟ ਲਈ ਤਰਨਾ ਅਪਲਾਈ ਕਰ ਸਕਦੇ ਨੇ। ਉਹਨਾਂ ਨੂੰ ਵਰਕ ਪਰਮਿਟ ਮਿਲ ਜੂਗਾ, ਉਹ 4 ਪੈਸੇ ਕਮਾ ਸਕਦੇ ਨੇ। ਫਿਰ ਜਦੋਂ ਸਥਿਤੀ ਸਹੀ ਹੋ ਗਈ, ਪੈਸੇ 4 ਆ ਗਏ, ਉਹ ਤੋਂ ਬਾਅਦ ਉਹ ਫਿਰ ਸਟੱਡੀ ਲਈ ਜਾ ਸਕਦੇ ਨੇ, ਤੇ ਉਹਨਾਂ ਨੂੰ ਕੋਈ ਵੀ ਇਹ ਪ੍ਰੋਬਲਮ ਨਹੀਂ ਆਊਗੀ ਜਿੱਥੇ ਕਿ ਉਹਨਾਂ ਨੂੰ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੂਗਾ। ਸੋ ਜਿਹੜਾ ਵੀ ਕੋਈ ਸਟੂਡੈਂਟ ਇਸ ਵੇਲੇ ਜਿਹਨੂੰ ਅਗਲੇ ਸਮੈਸਟਰ 'ਚੋਂ ਫੀ ਜਮ੍ਹਾਂ ਕਰਾਉਣ 'ਚ ਕੋਈ ਤਕਲੀਫ ਆ ਰਹੀ ਹੈਗੀ ਹੈ, ਪ੍ਰੋਵਾਈਡਡ ਕਿ ਉਹਦੇ ਪੇਰੈਂਟਸ ਦਾ ਜਿਹੜਾ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਬਿਯੋਂਡ ਰੀਜ਼ਨੇਬਲ ਕੰਟਰੋਲ ਹੈ। ਹੁਣ ਆਪਾਂ ਖੇਤੀ ਕਰਨ ਵਾਲੇ ਲੋਕਾਂ ਦੇ ਉੱਤੇ ਤਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਦੀ ਤਾਂ ਫਸਲ ਹੈਗੀ ਹੈ ਜੀ, ਤੇ ਫਸਲ ਵਿਕੀ ਹੈ, ਤੇ ਉਹ ਤਾਂ ਨਹੀਂ ਕਹਿ ਸਕਦੇ ਸਾਡੇ ਕਾਰੋਬਾਰ 'ਚ ਕੋਈ ਕਮੀ ਆਈ ਹੈਗੀ ਹੈ। ਪਰ ਜਿਹਦਾ ਕੋਈ ਪਰਟੀਕੁਲਰ ਬਿਜ਼ਨਸ ਸੀ ਜਿਹੜਾ ਕਿ ਲਾਕਡਾਊਨ ਜਾਂ ਸ਼ਟਡਾਊਨ ਕਰਕੇ ਇਫੈਕਟ ਹੋਇਆ ਤੇ ਉੱਥੇ ਰੈਵਨਿਊ ਲਾਸ ਹੋਇਆ, ਉਹਨਾਂ ਕੇਸਿਸ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਇਹ ਛੋਟ ਹੈ ਜਿਹੜੀ ਜ਼ਰੂਰ ਦਿੱਤੀ ਜਾਊਗੀ। ਤੇ ਮੈਂ ਦੇਖਿਆ ਕਿ ਕੇਸਿਸ ਦੇ ਵਿੱਚੋਂ ਇਮੀਗ੍ਰੇਸ਼ਨ ਮਹਿਕਮਾ ਜਿਹੜਾ ਉਹ ਬਹੁਤ ਲੀਨੀਅੰਸੀ ਦਿਖਾ ਰਿਹਾ, ਕਿਉਂਕਿ ਇਹ ਸਿਚੁਏਸ਼ਨ ਤਾਂ ਪ੍ਰਤੱਖ ਹੈਗੀ ਹੈ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਸਾਹਮਣੇ ਦਿਸਦਾ ਕਿ ਲਾਕਡਾਊਨ ਹੈ ਤੇ ਬੰਦੇ ਦਾ ਜਿਹੜਾ ਕਾਰੋਬਾਰ ਹੈ ਉਹ ਨਹੀਂ ਚੱਲ ਰਿਹਾ ਹੈਗਾ ਜੀ। ਤੇ ਇਹਦੇ ਨਾਲ ਨਹੀਂ ਸਰ, ਜਿਵੇਂ ਤੁਸੀਂ ਗੱਲ ਕੀਤੀ ਆ 4, ਤੁਸੀਂ ਮੈਨੂੰ ਖਿੱਤਿਆਂ ਦੀ ਗੱਲ ਕੀਤੀ ਸੀ, ਥੋੜਾ ਜਿਹਾ ਮੈਂ ਵਰਕ ਪਰਮਿਟ ਵਾਲਿਆਂ ਬਾਰੇ ਵੀ ਪੁੱਛਣਾ ਚਾਹੂੰਗੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀ, ਸਪੈਸ਼ਲੀ ਬਾਕੀਆਂ ਦੀ ਜੇ ਮੈਂ ਗੱਲ ਬਾਅਦ ਵਿੱਚ ਕਰਾਂ। ਆਹ 4 ਜਿਹੜੇ ਤੁਸੀਂ ਐਸੈਂਸ਼ੀਅਲ ਦੇ ਜਿਹੜੇ ਤੁਸੀਂ ਮੈਨੂੰ ਖਿੱਤੇ ਗਿਣਵਾਏ ਸੀ, ਡਰਾਈਵਰਸ ਦਾ ਹੋ ਗਿਆ, ਮੀਟ ਕਟਰਸ ਦਾ ਹੋ ਗਿਆ, ਫਿਸ਼ਰੀਜ਼ ਜਾਂ ਫਿਰ ਫਾਰਮ ਵਰਕਰਸ ਦਾ, ਜਿਨ੍ਹਾਂ ਦੇ ਇਸ ਵਕਤ ਫੋਰਨ ਵਰਕਰਸ ਹੈਗੇ ਆ, ਜਿਨ੍ਹਾਂ ਦੇ ਇਸ ਵਕਤ ਵੀਜ਼ਾ ਆਏ ਹੋਏ ਨੇ, ਉਹਨਾਂ ਨੂੰ ਵਰਕ ਪਰਮਿਟ ਮਿਲ ਚੁੱਕਿਆ, ਬਟ ਵਿਦੇਸ਼ਾਂ ਵਿੱਚ ਹਜੇ ਹੈਗੇ ਨੇ, ਤਾਂ ਕੀ ਉਹਨਾਂ ਨੂੰ ਪ੍ਰਾਇੋਰਟੀ ਬੇਸ 'ਤੇ ਇੱਥੇ ਆ ਸਕਦੇ ਨੇ? ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਫਸਟ ਪ੍ਰਾਇੋਰਟੀ ਹਜੇ ਸਿਟੀਜ਼ਨਸ ਨੂੰ ਹੀ ਬੁਲਾਉਣਾ ਆ।
ਬਿਲਕੁਲ ਜੀ। ਸੋ ਜਦੋਂ ਵੀ ਤਰਨ ਉਹਨਾਂ ਦੀਆਂ ਫਲਾਈਟ ਸ਼ੁਰੂ ਹੋ ਜਾਣਗੀਆਂ ਜੀ, ਉਹਨਾਂ ਨੂੰ ਆਉਣ ਦੀ ਪਰਮਿਸ਼ਨ ਹੈ। ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਇਹ ਵਰਕਰਸ ਦੇ ਉੱਤੇ ਨਹੀਂ ਲਾਗੂ ਹੁੰਦੀਆਂ। ਸੋ ਜੇ ਕੋਈ ਵਰਕਰ ਹੈ ਉਹਨੂੰ ਵੀਜ਼ਾ ਮਿਲਿਆ, ਜੇ ਉਹਦਾ ਜਹਾਜ਼ ਇੱਥੇ ਆ ਸਕਦਾ ਹੈ ਤਾਂ ਉਹਨੂੰ ਆਉਣ ਦੀ ਪਰਮਿਸ਼ਨ ਹੈਗੀ ਹੈ, ਪਰ ਉਹਦੇ ਉੱਤੇ ਰਿਸਟ੍ਰਿਕਸ਼ਨ ਨੇ, ਜਿਵੇਂ ਆਪਾਂ ਨੂੰ ਪਤਾ ਹੈ ਕਿ ਉਹਦੇ ਕੋਲ 14 ਦਿਨਾਂ ਦਾ ਡੈਫੀਨਿਟ ਜਿਹੜਾ ਪਲਾਨ ਹੋਣਾ ਚਾਹੀਦਾ ਕੁਆਰੰਟੀਨ ਕਰਨ ਲਈ। ਇਹ ਵਰਕਰਸ ਦੇ ਉੱਤੇ ਇਹ ਪਲਾਨ ਹੈ ਜਿਹੜਾ EMPLOYER ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਤੇ ਜੀ ਉਹਨੇ EMPLOYER ਜੀ ਹਾਂਜੀ। ਬਿਲਕੁਲ। ਇੱਕ ਤੇ ਦਰਸ਼ਕ ਹੋਰ ਦੂਜਾ ਜੁੜ ਗਏ ਨੇ ਸਰ, ਪਹਿਲਾਂ ਇਹਨਾਂ ਦੀ ਜੀ ਕਾਲ ਲੈ ਲਈਏ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਾਂਜੀ, ਮੈਂ ਇੰਡੀਆ ਤੋਂ ਬੋਲ ਰਿਹਾ ਜੀ, ਲੁਧਿਆਣਾ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ, ਕੀ ਪੁੱਛਣਾ ਚਾਹੁੰਦੇ ਹੋ ਸਰ? ਮੈਡਮ ਮੈਂ ਪੁੱਛਣਾ ਚਾਹੁੰਦਾ ਸੀ, ਮੇਰਾ ਨਾ ਆਲਰੇਡੀ ਇੱਥੇ ਵਰਕ ਪਰਮਿਟ ਹੈ, ਮੈਨੂੰ ਮਿਲਿਆ ਹੋਇਆ ਸੀਗਾ ਜੀ ਮੇਰੀ ਵਾਈਫ ਨੂੰ ਵੀ ਮਿਲਿਆ ਹੋਇਆ ਸੀ, ਲੇਕਿਨ ਮੈਨੂੰ ਮੈਡੀਕਲ ਆਇਆ ਸੀਗਾ, ਲੇਕਿਨ ਲੋਕਡਾਊਨ ਹੋਣ ਦੀ ਵਜ੍ਹਾ ਨਾਲ ਇੰਡੀਆ ਦੇ ਵਿੱਚ ਮੈਂ ਆਪਣਾ ਮੈਡੀਕਲ ਨਹੀਂ ਕਰਾ ਸਕਿਆ। ਜੀ ਤੇ ਹੁਣ ਮੇਰੀ ਕਿੱਦਾਂ ਹੋਊਗਾ ਜੇ ਮੈਨੂੰ ਸਮਝ ਨਹੀਂ ਆ ਰਿਹਾ। ਜੀ ਖੈਰਾ ਜੀ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਤੁਹਾਨੂੰ ਆਲਰੇਡੀ ਵਰਕ ਪਰਮਿਟ ਇਸ਼ੂ ਹੋ ਚੁੱਕਿਆ ਜਾਂ ਵਰਕ ਵੀਜ਼ਾ ਇਸ਼ੂ ਹੋ ਸਰ ਚੁੱਕਿਆ ਵਰਕ ਜੀ? ਪਰਮਿਟ ਇਸ਼ੂ ਹੋਇਆ ਤੁਹਾਨੂੰ ਜਾਂ ਵਰਕ ਵੀਜ਼ਾ ਇਸ਼ੂ ਹੋਇਆ? ਮੈਂ ਨਾ ਮੈਡਮ ਬਿਜ਼ਨਸ ਵੀਜ਼ਾ ਅਪਲਾਈ ਕੀਤਾ ਸੀ, ਉਹ ਮੈਨੂੰ ਮਿਲਿਆ ਹੋਇਆ ਸੀ। ਮੈਂ ਪਿਛਲੇ ਸਾਲ ਅਪਲਾਈ ਕੀਤਾ ਸੀ, ਪਿਛਲੇ ਸਾਲ ਵੀ ਮਿਲਿਆ ਗਿਆ ਸੀ, ਇਸ ਸਾਲ ਮੈਂ ਐਕਸਟੈਂਡ ਕਰਾਇਆ ਸੀਗਾ ਜੀ ਸਰ, ਬਿਜ਼ਨਸ ਵੀਜ਼ਾ ਇਹਨਾਂ ਨੇ ਐਕਸਟੈਂਡ ਕਰਵਾਇਆ ਸੀ ਇਸ ਸਾਲ। ਜੀ ਬਿਲਕੁਲ। ਬਾਇਓਮੈਟ੍ਰਿਕ ਸੋ ਵਗੈਰਾ ਸਾਰਾ ਕੁਝ ਹੋ ਚੁੱਕਾ ਸੀ ਤੇ ਮੇਰੀ ਵਾਈਫ ਦਾ ਵਰਕ ਪਰਮਿਟ ਆ ਗਿਆ ਸੀਗਾ, ਮੇਰਾ ਪੈਂਡਿੰਗ ਸੀਗਾ। ਉਹਨਾਂ ਨੇ ਮੇਰੇ ਕੋਲੋਂ ਮੈਡੀਕਲ ਮੰਗਿਆ ਸੀ। ਜਦੋਂ ਮੇਰਾ ਮੈਡੀਕਲ ਦੀ ਡੇਟ ਆ ਲੋਕਡਾਊਨ ਦੇ ਵਿੱਚ ਆ ਗਈ, ਉਹ ਮੈਂ ਕਰਾ ਨਹੀਂ ਸਕਿਆ। ਜੀ ਜੀ ਖੈਰਾ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਸਕਦੇ ਇਹਨਾਂ ਨੂੰ? ਜੀ ਬਿਲਕੁਲ ਤਾਂ ਜੀ, ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਐਨੀ ਰਾਤ ਨੂੰ ਪ੍ਰੋਗਰਾਮ ਦੇਖ ਰਹੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੀ ਬਿਲਕੁਲ। ਸੋ ਇਹਨਾਂ ਦਾ ਜਿਹੜਾ ਸਿਚੁਏਸ਼ਨ ਹੈ, ਇਹ ਬਹੁਤ ਸਾਰੇ ਲੋਕਾਂ ਦਾ ਸਿਚੁਏਸ਼ਨ ਹੈਗਾ ਤਾਂ। ਸੋ ਉਹਦੇ ਉੱਤੇ ਜੇ ਇਹ ਜਿਹੜੀ ਇਹਨਾਂ ਨੂੰ ਰਿਕੁਐਸਟ 18 ਮਾਰਚ ਤੋਂ ਪਹਿਲੋਂ ਆਈ ਹੈ, ਜਦੋਂ ਟਰੈਵਲ ਰੈਸਟ੍ਰਿਕਸ਼ਨਸ ਲਾਗੂ ਹੋਈਆਂ ਨੇ, ਤਾਂ ਫਿਰ ਇਹਨਾਂ ਨੂੰ ਇੱਕ ਜਿਹੜੀ ਇਮੀਗ੍ਰੇਸ਼ਨ ਨੂੰ ਰਿਕੁਐਸਟ ਕਰਨਾ ਪਊ ਉਹਦੀ ਡੇਟ ਨੂੰ ਐਕਸਟੈਂਡ ਕਰਨ ਲਈ, ਜਿਹੜਾ 90 ਦਿਨਾਂ ਲਈ ਐਕਸਟੈਂਡ ਹੋ ਜਾਊਗਾ। ਜੇ ਇਹਨਾਂ ਨੂੰ ਰਿਕੁਐਸਟ 18 ਮਾਰਚ ਤੋਂ ਬਾਅਦ ਆਈ ਹੈ ਤਾਂ ਉਹ ਆਟੋਮੈਟਿਕਲੀ ਹੀ ਸਮਝ ਲਿਆ ਜਾਵੇ ਕਿ ਉਹ 90 ਦਿਨਾਂ ਦੀ ਐਕਸਟੈਂਸ਼ਨ ਹੈ। ਜੇ ਉਹ 90 ਦਿਨਾਂ 'ਚ ਵੀ ਲੋਕਡਾਊਨ ਨਹੀਂ ਖੁੱਲਦਾ ਤੇ ਫਿਰ ਉਹ ਐਕਸਟੈਂਸ਼ਨ ਅੱਗੇ ਡਿਮਾਂਡ ਕਰ ਸਕਦੇ ਨੇ। ਇਹਨਾਂ ਦਾ ਕੇਸ ਇਸ ਕਰਕੇ ਰਿਫਿਊਜ਼ ਨਹੀਂ ਕੀਤਾ ਜਾਊਗਾ ਕਿ ਉਹ ਡਾਕੂਮੈਂਟ ਨਹੀਂ ਪ੍ਰੋਵਾਈਡ ਕਰ ਸਕੇ। ਇਹ ਇਮੀਗ੍ਰੇਸ਼ਨ ਮਹਿਕਮੇ ਨੇ ਪਹਿਲਾਂ ਹੀ ਇਨਸਟਰਕਸ਼ਨਸ ਜਿਹੜੀਆਂ ਜਾਰੀ ਕੀਤੀਆਂ। ਜੀ ਬਿਲਕੁਲ ਸਰ, ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? एक्चुअली मैं नॉर्थ पे से हूँ, जी। तो मेरा ये क्वेश्चन है कि अभी मेरी स्टडी कंप्लीट हो गई है और अभी जैसे मैं वर्क परमिट ओंटारियो में अप्लाई करती हूँ, तो एम आई स्टिल एलिजिबल टू मूव फॉर PR in any other province having work permit in Ontario? ਜੀ ਸਰ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੋਗੇ ਜਾਂ ਸਵਾਲ ਦਾ ਜਵਾਬ ਦੇਣਾ ਚਾਹੋਗੇ? ਨਹੀਂ ਮੈਂ ਸਰ ਉਹ ਅੰਡਰਸਟੈਂਡ ਕਹਿ ਰਹੇ ਨੇ ਕਿ ਉਹਨਾਂ ਨੇ ਨਾਰਵੇ ਦੇ ਵਿੱਚ ਸਟੱਡੀ ਕੰਪਲੀਟ ਕੀਤੀ ਹੈ ਤੇ ਉਹਨਾਂ ਨੇ ਓਨਟਾਰੀਓ ਦੇ ਲਈ ਵਰਕ ਪਰਮਿਟ ਅਪਲਾਈ ਕਰ ਰਹੇ ਨੇ, ਤੇ ਜੇ ਉਹ ਕੀ ਉਹ ਐਲੀਜੀਬਲ ਹੋਣਗੇ ਕਿਤੇ ਹੋਰ ਵੀ ਵਰਕ ਕਰਨ ਦੇ ਲਈ? ਬਿਲਕੁਲ ਤਰਨ। ਸੋ ਮੈਂ ਇਹਦਾ ਮੈਮ ਜਵਾਬ ਟੀਵੀ ਦੇ ਸਕਰੀਨ ਤੇ ਦਿੰਦਾ। ਆਨਸਰ ਸੁਣ ਸਕਦੇ ਹੋ ਤੁਸੀਂ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਜਿਹੜਾ ਇਨ ਨਾਰਥ ਵੇ 'ਚ ਪੜ੍ਹਾਈ ਕੀਤੀ ਹੈ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਉਹ ਫੈਡਰਲ ਜੁਰਿਸਡਿਕਸ਼ਨ ਥੱਲੇ ਆਉਂਦਾ ਹੈਗਾ। ਸੋ ਪ੍ਰੋਵਿੰਸ ਦਾ ਕੋਈ ਵੀ ਜਿਹੜਾ ਮਾਮਲਾ ਨਹੀਂ ਆਉਂਦਾ। ਪੋਸਟ ਗ੍ਰੈਜੂਏਟ ਜਦੋਂ ਤੁਸੀਂ ਸਰਟਨ ਲੈਂਥ ਪੜ੍ਹਾਈ ਦੀ ਪੂਰੀ ਕਰ ਲੈਂਦੇ ਹੋ, ਉਹ ਤੋਂ ਬਾਅਦ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਂਦੇ ਹੋ। ਤੇ ਉਹ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹ ਫੈਡਰਲ ਸਰਕਾਰ ਤੁਹਾਨੂੰ ਇਸ਼ੂ ਕਰਦੀ ਹੈ, ਤੇ ਉਹ ਪਰਮਿਸ਼ਨ ਹੈਗੀ ਹੈ ਤੁਸੀਂ ਪੂਰੇ ਕੈਨੇਡਾ 'ਚ ਕਿਤੇ ਵੀ ਕੰਮ ਹੈ ਜਿਹੜਾ ਉਹ ਕਰ ਸਕਦੇ ਹੋ ਉਸ ਵਰਕ ਪਰਮਿਟ ਦੀ ਡਿਊਰੇਸ਼ਨ ਦੇ ਦੌਰਾਨ। ਦੂਜੀ ਜਿਹੜੀ ਗੱਲ ਕਰਦੇ ਨੇ ਉਹ ਕਿ ਕਿਤੇ ਵੀ ਜਾ ਕੇ ਉਹ PNP ਅਪਲਾਈ ਕਰ ਸਕਦੇ ਨੇ। ਹਾਂਜੀ, ਜਿਹੜੇ ਵੀ ਪ੍ਰੋਵਿੰਸ 'ਚ ਉਹ ਅਪਲਾਈ ਕਰਨਗੇ ਤਾਂ ਉਹ ਪ੍ਰੋਵਿੰਸ ਦੀਆਂ ਰਿਕੁਆਇਰਮੈਂਟਸ ਉਹਨਾਂ ਨੇ ਪੂਰੀਆਂ ਕਰਨੀਆਂ ਹੈਗੀਆਂ ਨੇ। ਸੋ ਮੰਨ ਲਓ ਕਿ ਉਹ ਮੈਨੀਟੋਬਾ ਜਾਣਾ ਚਾਹੁੰਦੇ ਆ, ਜਾਂ ਉਹ ਸਸਕੈਚੁਅਨ ਜਾਣਾ ਚਾਹੁੰਦੇ ਆ, ਜਾਂ ਅਲਬਰਟਾ ਜਾਣਾ ਚਾਹੁੰਦੇ ਆ, ਕਿਤੇ ਵੀ ਜਾਣਾ ਚਾਹੁੰਦੇ ਆ, ਤਾਂ ਸਭ ਤੋਂ ਪਹਿਲਾਂ ਉਸ ਪ੍ਰੋਵਿੰਸ 'ਚ ਉਹਨਾਂ ਨੂੰ ਰਿਜ਼ਾਈਡ ਤੇ ਵਰਕ ਕਰਨਾ ਜ਼ਰੂਰੀ ਹੋਊਗਾ। ਇਹ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ। ਸੋ ਉਹ ਓਨਟਾਰੀਓ 'ਚੋਂ ਬੈਠ ਕੇ ਕਿਸੇ ਹੋਰ ਦੀ PNP ਦਾ ਨਹੀਂ ਅਪਲਾਈ ਕਰ ਸਕਣਗੇ, ਉਸ ਪ੍ਰੋਵਿੰਸ 'ਚ ਜਾ ਕੇ ਰਹਿਣਾ ਤੇ ਕੰਮ ਕਰਨਾ ਪਊਗਾ। ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਉਹ ਜੋ ਉੱਥੇ ਉਸ ਪ੍ਰੋਵਿੰਸ 'ਚ ਅਪਲਾਈ ਕਰ ਲੈਣਗੇ, ਪਰ ਸਭ ਤੋਂ ਪਹਿਲਾਂ ਜਿਹੜਾ ਹਰੇਕ ਪ੍ਰੋਵਿੰਸ ਦਾ ਸਵਾਲ ਹੈ ਉਹ ਇਹ ਹੈਗਾ
ਕਿ ਤੁਸੀਂ ਡੂ ਯੂ ਇੰਟੈਂਡ ਟੂ ਰਿਜ਼ਾਈਡ ਇਨ दैट ਪ੍ਰੋਵਿੰਸ, ਤੁਸੀਂ ਉਸ ਪ੍ਰੋਵਿੰਸ 'ਚ ਰਹਿਣਾ ਚਾਹੁੰਦੇ ਹੋ, ਕਿਉਂਕਿ ਇਹ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਹੈਗੀ ਹੈ ਇਹ ਸਰਕਾਰ, ਫੈਡਰਲ ਸਰਕਾਰ ਨੇ ਹਰੇਕ ਪ੍ਰੋਵਿੰਸ ਨੂੰ ਇੱਕ ਸਰਟਨ ਕੋਟਾ ਜਿਹੜਾ ਦਿੱਤਾ ਹੈਗਾ। ਸੋ ਉਹ ਇਸ ਲਈ ਕੋਟਾ ਦਿੱਤਾ ਹੈ ਤਾਂ ਕਿ ਉਹ ਆਪਣੀ ਪੋਪੂਲੇਸ਼ਨ 'ਚ ਵਧੋਤਰੀ ਹੈ ਜਿਹੜੀ ਕਰ ਸਕਣ, ਉਹ ਆਪਣੀ ਚੋਇਸ ਦੇ ਲੋਕਾਂ ਨੂੰ ਚੂਜ਼ ਕਰ ਸਕਣ ਤਾਂ ਕਿ ਉਹ ਲੋਕ ਉੱਥੇ ਇੰਟੈਂਡ ਕਰਦੇ ਹੋਣ ਰਿਜ਼ਾਈਡ ਕਰਨ ਨੂੰ। ਸੋ ਸਿੰਪਲ ਆਨਸਰ ਜੇ ਹੈਗਾ ਹਾਂਜੀ, ਉਹ ਵਰਕ ਪਰਮਿਟ ਨਾਲ ਤੁਸੀਂ ਕਿਤੇ ਵੀ ਜਾ ਕੇ ਕੈਨੇਡਾ 'ਚ ਕੰਮ ਕਰ ਸਕਦੇ ਹੋ, ਪਰ ਜਿੱਥੇ ਕਿਤੇ ਵੀ PNP ਅਪਲਾਈ ਕਰਨੀ ਹੈ ਤਾਂ ਉਹ ਪ੍ਰੋਵਿੰਸ ਦੀਆਂ PNP ਰਿਕੁਆਇਰਮੈਂਟਸ ਤੁਸੀਂ ਪੂਰੀਆਂ ਕਰਨੀਆਂ ਨੇ ਤੇ ਉੱਤੇ ਤੁਸੀਂ ਇੰਟੈਂਡ ਟੂ ਰਿਜ਼ਾਈਡ ਦਿਖਾਉਣਾ ਹੈਗਾ ਤੇ ਤੁਸੀਂ ਉਸ ਪ੍ਰੋਵਿੰਸ 'ਚ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਜੀ ਹੋ। ਬਿਲਕੁਲ ਸਰ, ਇੱਕ ਫੇਸਬੁੱਕ ਤੇ ਸਾਨੂੰ ਇੱਕ ਦਰਸ਼ਕ ਬਾਰ-ਬਾਰ ਮੈਸੇਜ ਕਰ ਰਹੇ ਨੇ, ਉਹਨਾਂ ਦਾ ਇੱਕ ਕੁਐਸਚਨ ਹੈ, ਉਹ ਪੁੱਛ ਰਹੇ ਨੇ, ਮਿਸਟਰ ਇਸਲਾਮ ਹਕ ਸੈਯਦ ਪੁੱਛ ਰਹੇ ਨੇ ਕਿ ਲੌਂਗ ਹਾਲ ਟਰੱਕ ਡਰਾਈਵਰ PNP ਅਤੇ PR ਵੇਲੇ ਕੋਈ ਏਜ ਲਿਮਿਟ ਹੁੰਦੀ ਹੈ, ਕੋਈ ਮੈਕਸਿਮਮ ਏਜ ਲਿਮਿਟ ਹੋਵੇ? ਜਿਹੜੇ ਰਿਟਾਇਰਿੰਗ ਏਜ ਹੈ ਜੀ ਉਹ ਤੁਹਾਨੂੰ ਪਤਾ 65 ਹੈਗਾ। ਸੋ ਜਿਹੜਾ ਕੋਈ ਬੰਦਾ ਉਹ ਤੋਂ ਪਹਿਲਾਂ ਕੰਮ ਕਰ ਸਕਦਾ ਉਹ ਬਿਲਕੁਲ ਐਲੀਜੀਬਲ ਹੁੰਦਾ ਹੈਗਾ। ਸੋ ਇਹ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ ਕਿ ਕੋਈ ਏਜ ਲਿਮਿਟ ਹੈ, ਜੇ ਤੁਸੀਂ ਕੰਮ ਕਰ ਸਕਦੇ ਹੋ ਤੇ ਉਹ ਪ੍ਰੋਵਿੰਸ ਦੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੀਆਂ ਰਿਕੁਆਇਰਮੈਂਟਸ ਤੁਸੀਂ ਪੂਰੀਆਂ ਕਰਦੇ ਹੋ, ਹਾਂਜੀ ਤੁਸੀਂ ਜ਼ਰੂਰ ਕੁਆਲੀਫਾਈ ਕਰ ਸਕਦੇ ਆ ਜੀ। ਕਰ ਰਹੇ ਸੀ ਜਿਵੇਂ ਗੱਲ ਕੀਤੀ ਹੈ ਕਿ ਜਿਹੜੀਆਂ 4 ਪ੍ਰਾਇੋਰਟੀਜ਼ ਦਿੱਤੀਆਂ ਗਈਆਂ ਨੇ ਫੀਲਡਸ ਨੂੰ, ਉਹ ਤਾਂ ਹੈ। ਹੁਣ ਜਿਹੜੇ ਵਰਕ ਪਰਮਿਟ ਜਿਨ੍ਹਾਂ ਦੇ ਆ ਚੁੱਕੇ ਨੇ ਇੰਡੀਆ ਦੇ ਵਿੱਚ, ਜਿਨ੍ਹਾਂ ਨੂੰ ਮਤਲਬ ਵਰਕ ਪਰਮਿਟਸ ਮਿਲ ਚੁੱਕੇ ਨੇ, ਇੱਥੇ ਆਉਣ ਲਈ ਉਹ ਰੈਡੀ ਸੀ, ਆਉਣ ਦੀ ਤਿਆਰੀ ਹੋ ਰਹੀ ਸੀ, ਪਰ ਕਰੋਨਾ ਵਾਇਰਸ ਕਰਕੇ ਉਹਨਾਂ ਦੀਆਂ ਫਲਾਈਟਸ ਅਸੀਂ ਦੇਖ ਰਹੇ ਹਾਂ ਕਿ ਅਜੇ ਪ੍ਰਾਇੋਰਟੀ ਨਹੀਂ ਦਿੱਤੀ ਜਾ ਰਹੀ, ਕਦੋਂ ਜਾ ਕੇ ਖੁੱਲਣਗੀਆਂ। ਜੇ ਕਿਸੇ ਦਾ 2 ਸਾਲ ਦਾ ਵਰਕ ਪਰਮਿਟ ਹੈ, ਕੱਲ੍ਹ ਨੂੰ ਅੱਗੇ ਜਾ ਕੇ ਕੀ ਇਸ ਦੇ ਉੱਤੇ ਉਹਦਾ ਕੋਈ ਅਸਰ ਪਏਗਾ? ਜਿਵੇਂ 1 ਸਾਲ ਦਾ ਐਕਸਪੀਰੀਅੰਸ ਲੈ ਕੇ ਅੱਗੇ ਕਿਸੇ ਨੇ PR ਲਈ ਵੀ ਅਪਲਾਈ ਕਰਨਾ, ਸੋ ਇਹਨਾਂ ਦੇ ਪ੍ਰੋਸੈਸ ਦਾ ਕਿਵੇਂ ਕੀਤਾ ਜਾਏਗਾ? ਜਿਹੜੇ ਵਰਕ ਪਰਮਿਟਸ LMIA ਬੇਸਡ ਹੈਗੇ ਆ ਤਰਨ, ਉਹਨਾਂ ਨੂੰ ਤਾਂ ਜਿੰਨਾ ਸਮਾਂ ਉਹਨਾਂ ਦਾ ਗੁਜ਼ਰ ਜਾਣਾ ਉਹਦੀ ਕੋਈ ਕੰਪਨਸੇਸ਼ਨ ਨਹੀਂ ਹੋਣੀ। ਉਹਨਾਂ ਨੂੰ ਉਹ ਤੋਂ ਬਾਅਦ ਉਹਨਾਂ ਦੇ EMPLOYER ਨੂੰ ਨਵਾਂ LMIA ਅਪਲਾਈ ਕਰਨਾ ਪੈਣਾ, ਉਹ LMIA ਕਰਕੇ ਤੇ ਉਹ ਅੱਗੇ ਐਕਸਟੈਂਡ ਹੈ ਜਿਹੜਾ ਉਹ ਉਹਨਾਂ ਦਾ ਵਰਕ ਪਰਮਿਟ ਹੋ ਜਾਊਗਾ ਜਦੋਂ ਵੀ ਉਹ ਆ ਕੇ ਇੱਥੇ ਕੰਮ ਕਰਦੇ ਨੇ ਤੇ ਰਹਿੰਦੇ ਹੈਗੇ ਨੇ ਜੀ। ਗੱਲ ਕਰਾਂਗੇ, ਇੱਕ ਦਰਸ਼ਕ ਪਹਿਲਾਂ ਹੋਰ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਜੀ ਬ੍ਰੈਂਟਨ ਤੋਂ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਜੀ ਐਕਸਪ੍ਰੈਸ ਐਂਟਰੀ ਬਾਰੇ ਗੱਲ ਕਰਨੀ ਸੀ। ਸਾਡੀ ਟੂਲ ਦੇ ਵਿੱਚ ਹੈਗੀ ਐਕਸਪ੍ਰੈਸ ਐਂਟਰੀ ਦੀ ਫਾਈਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ, ਤੇ ਸਾਡੇ ਜਾਣੀ ਕਿ ਮੇਰੇ ਵਾਈਫ ਦੇ ਨਾਲ 423 ਸਕੋਰ ਬਣਦੇ ਆ ਜੀ, ਤੇ ਜੇ ਅਸੀਂ ਨੌਨ ਕੰਪਨੀ ਕਰਦੇ ਆ ਤਾਂ 449 ਬਣਦੇ ਆ, ਤੇ ਜਿਹੜਾ ਹੁਣ ਡਰਾ ਨਿਕਲਿਆ 452 ਦਾ, ਕੀ ਅਸੀਂ ਨੌਨ ਕੰਪਨੀ ਕਰ ਸਕਦੇ ਆ? ਜੀ ਸਰ, ਤੁਸੀਂ ਇਹਦਾ ਜਵਾਬ ਦੇਣਾ ਚਾਹੋਗੇ? ਬਿਲਕੁਲ ਜੀ ਬਿਲकुल ਸਰ, ਤੁਸੀਂ ਕੁਝ ਪੁੱਛਣਾ ਇਹਨਾਂ ਤੋਂ ਜਾਂ ਆਪਾਂ ਟੀਵੀ ਸਕਰੀਨ ਤੇ ਆਂਸਰ ਦੇ ਦਈਏ? ਨਹੀਂ ਜੀ, ਇਹਨਾਂ ਦਾ ਸਵਾਲ ਬਹੁਤ ਸਿੱਧਾ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਜੀ ਸਰ। ਤਰਨ, ਇਹ ਜਿਹੜੀ ਸਿਚੁਏਸ਼ਨ ਹੈ ਇਹ ਬਹੁਤ ਸਾਰੇ ਲੋਕ ਇਸ ਸਿਚੁਏਸ਼ਨ ਦੇ ਵਿੱਚ ਉਹ ਫਸੇ ਹੁੰਦੇ ਆ ਜੀ। ਇਹਦੇ ਜਿਹੜਾ ਇਸ਼ੂ ਹੈਗਾ ਉਹ ਹੈਗਾ ਇੰਟੈਂਟ ਦਾ ਇਸ਼ੂ ਹੈਗਾ। ਹੁਣ ਨੌਨ ਅਕੰਪਨਿੰਗ ਇੰਟੈਂਟ ਕੀ ਹੈਗਾ ਕਿ ਉਹ ਕੈਨੇਡਾ ਦੇ ਵਿੱਚ ਮੇਰੇ ਨਾਲ ਨਹੀਂ ਆਉਣਾ ਚਾਹੁੰਦੇ। ਹੁਣ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਜਿਵੇਂ ਕੋਈ ਸਟੂਡੈਂਟ ਆਇਆ ਸੀ, ਉਹਨੇ ਆਪਦੇ ਸਪਾਊਸ ਨੂੰ ਨਾਲ ਬੁਲਾ ਲਿਆ, ਕੋਈ ਵਰਕਰ ਸੀ ਉਹਨੇ ਆਪਦੇ ਸਪਾਊਸ ਨੂੰ ਨਾਲ ਬੁਲਾ ਲਿਆ, ਉਹ ਇੰਟੈਂਟ ਤਾਂ ਆਪਦਾ ਆਲਰੇਡੀ ਸ਼ੋ ਕਰ ਚੁੱਕੇ ਹੈ ਕਿ ਉਹ ਨਾਲ ਰਹਿਣਾ ਚਾਹੁੰਦੇ ਹੈ ਜੀ। ਜਦੋਂ ਨੌਨ ਅਕੰਪਨਿੰਗ ਕਰਨਗੇ ਤਾਂ ਉੱਥੇ ਸਵਾਲ ਉੱਠਦਾ ਹੈ ਕਿ ਕਿਸ ਪਰਪਸ ਲਈ ਨੌਨ ਅਕੰਪਨਿੰਗ ਕਰ ਰਹੇ ਹੋ, ਕਿ ਬੰਦਾ ਤਾਂ ਤੁਹਾਡੇ ਨਾਲ ਆਲਰੇਡੀ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਰਹਿ ਰਿਹਾ, ਤੁਸੀਂ ਉਹਨੂੰ ਨੌਨ ਅਕੰਪਨਿੰਗ ਕਿਵੇਂ ਕਰਦੇ ਹੋ? ਇਹਦਾ ਮਤਲਬ ਤੁਸੀਂ ਸਿਸਟਮ ਨੂੰ ਸਰਕਮਵੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਤੁਸੀਂ ਮਿਸਰੈਪ੍ਰੈਜ਼ੈਂਟੇਸ਼ਨ ਕਰ ਰਹੇ ਹੋ। ਇਹ ਉਹਨਾਂ ਕੇਸਿਸ ਤਾਂ ਨਹੀਂ ਸਵਾਲ ਬਣ ਸਕਦਾ ਜਿੱਥੇ ਕਿ ਤੁਸੀਂ ਕੰਟਰੀ ਤੋਂ ਬਾਹਰ ਹੋ। ਹੁਣ ਕੋਈ ਕੰਟਰੀ ਤੋਂ ਬਾਹਰ ਬਹਿ ਕੇ ਆਪਦੇ ਲਈ ਕਰ ਰਿਹਾ ਹੈ ਤੇ ਜੋ ਨੌਨ ਅਕੰਪਨਿੰਗ ਕਰਦਾ ਉਹਦੇ ਪੁਆਇੰਟ ਜ਼ਿਆਦਾ ਹੈਗੇ, ਉਹ ਕਹਿ ਸਕਦਾ ਮੇਰੇ ਸਪਾਊਸ ਨੇ ਹਾਲੇ ਕੋਈ ਮਨ ਨਹੀਂ ਹੈਗਾ ਆਉਣ ਦਾ, ਇਸ ਲਈ ਨਹੀਂ ਆ ਰਿਹਾ। ਪਰ ਜਿਹੜਾ ਕੋਈ ਕੈਨੇਡਾ ਦੇ ਵਿੱਚ ਆਲਰੇਡੀ ਪ੍ਰੈਜ਼ੈਂਟ ਹੈ ਤਾਂ ਉਹ ਆਪਣੀ ਇੰਟੈਂਟ ਨੂੰ ਕਿਵੇਂ ਓਵਰਕਮ ਕਰੂਗਾ ਇਸ ਗੱਲ ਦੇ ਉੱਤੇ ਕਿ ਉਹ ਨੌਨ ਅਕੰਪਨਿੰਗ ਹੈ, ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ, ਉਹ ਤਾਂ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਿਹਾ ਹੈਗਾ। ਸੋ ਇਹ ਕਰਨ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰ ਲੈਣ ਕਿ ਇਸ ਸਵਾਲ ਦਾ ਉਹ ਜਵਾਬ ਅੱਗੇ ਜਾ ਕੇ ਕਿਵੇਂ ਦੇਣਗੇ। ਜੀ ਬਿਲਕੁਲ। ਤੇ ਸਰ, ਅਸੀਂ ਵਰਕ ਪਰਮਿਟ ਦੀ ਗੱਲਬਾਤ ਕਰ ਰਹੇ ਸੀਗੇ ਕਿ ਤੁਸੀਂ ਦੱਸਿਆ ਸੀ ਕਿ ਜਿਨ੍ਹਾਂ ਦੇ ਤਾਂ LMIA ਬੇਸਡ ਹੋਏਗਾ ਉਹਨਾਂ ਦੇ ਤਾਂ ਅੱਗੇ ਜਾ ਕੇ ਐਕਸਟੈਂਡ ਹੋ ਸਕਦੇ ਆ ਜੇ ਨਾਲ EMPLOYERS ਉਹਨਾਂ ਦੀ ਹੈਲਪ ਕਰਨ ਤਾਂ। ਹਾਂਜੀ, ਤੇ ਦੂਜਾ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਵੀ ਐਗਜ਼ੈਂਪਸ਼ਨ ਹੈ ਜਿਹੜਾ ਤਰਨੋਂ ਨਹੀਂ ਦਿੱਤਾ ਗਿਆ। ਜੇ ਉਹ ਆ ਸਮੇਂ ਦੇ ਦੌਰਾਨ ਨਹੀਂ ਆਪਦੀ ਕੰਮ ਕਰ ਰਹੇ ਜਾਂ ਕੋਈ ਵੀ ਉਹਨਾਂ ਦੀ ਅਨਐਮਪਲੋਇਮੈਂਟ ਸਿਚੁਏਸ਼ਨ ਹੈਗੀ ਹੈ ਤਾਂ ਉਹਨਾਂ ਦੇ ਵਿੱਚ ਮੁਆਫੀ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਰੱਖੀ ਗਈ।
ਹਾਂ ਜੇ ਉਹ ਅੱਗੇੋਂ ਆਪਦੀ LMI ਕਰਾ ਕੇ ਐਕਸਟੈਂਡ ਕਰਨਾ ਚਾਹੁੰਦੇ ਉਹ ਪੋਸੀਬਿਲਿਟੀ ਹੋਊਗੀ, ਪਰ ਇਹ ਉਹ ਜਿਹੜੇ ਸਿਚੁਏਸ਼ਨ 'ਚ ਲੋਕ ਹੋਣਗੇ ਉਹਨਾਂ ਲਈ ਇਹ ਬਹੁਤ ਮੁਸ਼ਕਲਾਤ ਦਾ ਸਮਾਂ ਹੈਗਾ ਕਿ ਜਿੱਥੇ ਉਹਨਾਂ ਦਾ ਵਰਕ ਪਰਮਿਟ ਦਾ ਸਮਾਂ ਬੀਤਦਾ ਜਾ ਰਿਹਾ ਹੈਗਾ ਤੇ ਦੂਜਾ ਉਹਨਾਂ ਨੂੰ ਕੋਈ ਐਕਸਟੈਂਸ਼ਨ ਦਾ ਅੱਗੇ ਪ੍ਰੋਵੀਜ਼ਨ ਨਹੀਂ ਹੈਗਾ। ਹਾਂ ਉਹ ਪੋਸੀਬਿਲਿਟੀ ਤਾਂ ਹੀ ਹੋ ਸਕਦੀ ਹੈ ਜੇ ਉਹ ਕਿਸੇ EMPLOYER ਨਾਲ ਕੰਮ ਕਰਦੇ ਨੇ ਤੇ ਉਹਨਾਂ ਨੂੰ ਅੱਗੇ ਫਰਦਰ ਹਾਇਰ ਕਰਨ ਲਈ ਤਿਆਰ ਹੈ, ਹਾਂਜੀ ਫਿਰ ਉਹਨਾਂ ਨੂੰ LMI ਕਰਾ ਕੇ ਤੇ ਉਹ ਐਕਸਟੈਂਸ਼ਨ ਹੋ ਸਕਦਾ ਹੈ। ਪਰ ਜੇ ਉਹ ਸਿਰਫ ਇਸੇ ਗੱਲ ਦਾ ਪਲੀ ਲੈਂਦੇ ਨੇ ਕਿ ਅਸੀਂ ਉਸ ਦੌਰਾਨ ਕੰਮ ਨਹੀਂ ਕਰਿਆ ਤਾਂ ਉਹਨਾਂ ਲਈ ਉਹ ਬਹੁਤ ਮੁਸ਼ਕਲ ਦੀ ਸਥਿਤੀ ਹੋ ਸਕਦੀ ਹੈ। ਸਰ ਜਿਨ੍ਹਾਂ ਦੇ ਹੁਣ ਆਲਰੇਡੀ ਪ੍ਰੋਸੈਸ ਜਿਹੜੇ ਆ ਉਹ ਲੱਗਣ ਵਾਲੇ ਸੀ ਕਿ ਆਲਮੋਸਟ 1 ਸਾਲ ਦਾ ਐਕਸਪੀਰੀਅੰਸ ਹੋਣ ਵਾਲਾ ਸੀ, ਪਰ ਹੁਣ ਜਿਵੇਂ ਲੇ ਆਫ ਤੇ ਕਈਆਂ ਨੂੰ ਭੇਜ ਦਿੱਤਾ ਗਿਆ, ਕੀ ਇਹ ਪੀਰੀਅਡ ਉਹਨਾਂ ਦਾ ਕਾਊਂਟ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ? ਨਹੀਂ ਤਰਨ, ਜਿਹੜੇ ਟਾਈਮ ਉਹ ਕੰਮ ਨਹੀਂ ਕਰ ਰਹੇ ਉਹ ਪੀਰੀਅਡ ਕੈਲਕੂਲੇਟ ਨਹੀਂ ਕੀਤਾ ਜਾਊਗਾ। ਇੱਥੇ ਇਹ ਸਿਚੁਏਸ਼ਨ ਪੋਸੀਬਲ ਹੈਗਾ। ਸੋ ਮੰਨ ਲਓ ਕਿਸੇ ਨੇ 10 ਮਹੀਨੇ ਕੰਮ ਕੀਤਾ ਤੇ 10 ਮਹੀਨੇ ਕੰਮ ਕਰਨ ਤੋਂ ਬਾਅਦ ਉਹਨੂੰ ਹੁਣ ਲੇ ਆਫ ਤੇ ਹੈ, ਪਰ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੁੰਦੀ ਹੈ ਤੇ ਉਹੀ EMPLOYER ਉਹਨਾਂ ਨੂੰ ਵਾਪਸ ਕੰਮ ਤੇ ਬੁਲਾ ਲੈਂਦਾ ਹੈ ਤੇ ਉਹ ਤੋਂ ਬਾਅਦ ਉਹ 2 ਮਹੀਨੇ ਉਸ ਬੰਦੇ ਦੇ ਨਾਲ ਉਸ EMPLOYER ਨਾਲ ਕੰਮ ਕਰਦੇ ਨੇ, ਹਾਂਜੀ ਉਹਨਾਂ ਦਾ ਸਾਲ ਦਾ ਐਕਸਪੀਰੀਅੰਸ ਪੂਰਾ ਹੋ ਜਾਊਗਾ। ਪਰ ਜੇ ਉਹ ਕਿਸੇ ਹੋਰ EMPLOYER ਨਾਲ ਕੰਮ ਕਰਨ ਲਈ ਚਾਹੁੰਦੇ ਨੇ ਫਿਰ ਉਹਨਾਂ ਨੂੰ 6 ਮਹੀਨੇ ਕੰਮ ਕਰਨਾ ਪਊ, ਕਿਉਂਕਿ 6 ਮਹੀਨੇ ਤੋਂ ਕਿਸੇ ਵੀ ਘੱਟ ਦਾ ਜਿਹੜਾ ਬਲੌਕ ਹੈ ਉਹਨੂੰ ਨਹੀਂ ਮੰਨਿਆ ਜਾਂਦਾ, ਕਿਉਂਕਿ 3 ਮਹੀਨੇ ਦੀ ਤਾਂ ਪ੍ਰੋਬੇਸ਼ਨ ਪੀਰੀਅਡ ਇਹ ਹੈਗਾ ਜੀ। ਸੋ ਜੇ ਤਾਂ ਉਹ ਸੇਮ EMPLOYER ਨਾਲ ਜਾ ਕੇ ਅੱਗੇ 2 ਮਹੀਨੇ ਕੰਮ ਕਰ ਲੈਂਦੇ ਨੇ, 10 ਮਹੀਨੇ ਪਹਿਲਾਂ ਕੀਤਾ 2 ਕੀਤਾ, ਉਹ ਬਿਲਕੁਲ ਉਹਨਾਂ ਦਾ ਟਾਈਮ ਕੈਲਕੂਲੇਟ ਹੋ ਜਾਊਗਾ। ਪਰ ਜੋ ਨਵੇਂ EMPLOYER ਨਾਲ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਜਿਹੜਾ ਹੋਰ ਟਾਈਮ ਕੰਮ ਹੈ ਜਿਹੜਾ ਉਹ ਕਰਨਾ ਪੈਣਾ ਹੈਗਾ ਜੀ, ਪ੍ਰੋਵਾਈਡਡ ਕਿ ਉਹਨਾਂ ਦਾ ਵਰਕ ਪਰਮਿਟ ਆ ਉਦੋਂ ਤੱਕ ਵੈਲਿਡ ਹੋਵੇ। ਜੇ ਉਹਨਾਂ ਦਾ ਵਰਕ ਪਰਮਿਟ ਵੈਲਿਡ ਨਾ ਹੋਇਆ ਤਾਂ ਫਿਰ ਉਹਨਾਂ ਨੂੰ ਜਿਹੜੀ ਆਪਣੀਆਂ ਅਦਰ ਆਪਸ਼ਨਸ ਨੇ ਉਹ ਚੂਜ਼ ਕਰਨੀਆਂ ਪੈਣਗੀਆਂ ਜੀ। ਤੇ ਸਰ ਅਜਿਹੇ ਵਿੱਚ ਜਿਨ੍ਹਾਂ ਦਾ ਆਲਰੇਡੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਈਆਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਿਆ ਸੀ, 3 ਸਾਲ ਦਾ ਨਹੀਂ ਸੀ, ਤਾਂ ਅਜਿਹੇ ਵਿੱਚ 1 ਸਾਲ ਉਹਨਾਂ ਦਾ ਲੰਘ ਚੁੱਕਿਆ ਤੇ ਦੂਸਰਾ ਸਾਲ ਹੁਣ ਉਹਨਾਂ ਦਾ ਚੱਲ ਰਿਹਾ ਸੀ ਤੇ ਐਕਸਪੀਰੀਅੰਸ ਪੂਰਾ ਨਹੀਂ ਹੋ ਪਾਇਆ, ਕੀ ਉਹ ਕਰੋਨਾ ਵਾਇਰਸ ਦੇ ਕਰਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲੂਗਾ ਕਿ ਉਹ ਥੋੜਾ ਜਿਹਾ ਆਪਣਾ ਟਾਈਮ ਪੀਰੀਅਡ ਵਧਾ ਸਕਣ? ਨਹੀਂ ਤਰਨ, ਇਹ ਜਿਹੜਾ ਬੈਨੀਫਿਟ ਹੈਗਾ ਇਹ ਸਿਰਫ ਜਿਹੜੀਆਂ ਆਪਾਂ ਪਹਿਲਾਂ ਪ੍ਰਾਇੋਰਟੀ ਪ੍ਰੋਸੈਸਿੰਗ ਦੇ ਵਿੱਚ ਗਏ ਇਹ ਸਿਰਫ ਬੈਨੀਫਿਟ ਉਹਨਾਂ ਨੂੰ ਹੀ ਮਿਲੂਗਾ। ਸੋ ਚਾਹੇ ਐਗਰੀਕਲਚਰ, ਚਾਹੇ ਫਿਸ਼ਰੀਜ਼ ਚੋਂ, ਚਾਹੇ ਮੀਟ ਕਟਿੰਗ ਦੇ ਵਿੱਚੋਂ, ਉੱਥੇ ਤੁਹਾਨੂੰ ਆਲਰੇਡੀ ਹੀ ਜਿਹੜਾ ਵਰਕ ਪਰਮਿਟ ਆ ਉਹਨਾਂ ਨੇ 2 ਸਾਲ ਦਾ ਦੇਣਾ ਸ਼ੁਰੂ ਕਰਤਾ ਤੇ ਜਿਹੜੀ ਤੁਹਾਡੀ LMIA ਦਾ ਟਾਈਮ ਪੀਰੀਅਡ ਆ ਉਹ ਵੀ 6 ਮਹੀਨੇ ਦੇ ਵਧਾ ਕੇ ਉਹਨੂੰ 9 ਮਹੀਨੇ ਕਰਤਾ ਹੈਗਾ। ਸੋ ਜਿਹੜਾ LMIA ਵੀ 9 ਮਹੀਨੇ ਲਈ ਵੈਲਿਡ ਹੈਗਾ। ਸੋ ਜਿਵੇਂ ਮੈਂ ਪਹਿਲਾਂ ਗੱਲ ਆਖੀ ਸੀ, ਇਹ ਸੈਕਟਰ ਵਾਈਜ਼ ਹੀ ਇਹਦੇ ਉੱਤੇ ਜਿਹੜਾ ਫੈਸਲਾ ਕੀਤਾ ਜਾਊਗਾ, ਕਿਉਂਕਿ ਜੇ ਆਪਾਂ ਇਹਨੂੰ ਇਨ ਟਰਮਸ ਆਫ ਗਵਰਨਮੈਂਟ ਜਾਂ ਉਹਨਾਂ ਦਾ ਪੋਲੀਟੀਕਲ ਏਜੰਡਾ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਆਫ ਕੋਰਸ ਇਹ ਜਿਵੇਂ ਆਮ ਤੌਰ ਤੇ ਲੋਕ ਗੱਲ ਕਰਦੇ ਆ ਕਿ ਜੇ ਇੱਥੇ ਦੇ ਲੋਕਾਂ ਨੂੰ ਇਹ ਨੌਕਰੀ ਨਹੀਂ ਮਿਲ ਰਹੀ ਤਾਂ ਫਿਰ ਵਿਦੇਸ਼ੀਆਂ ਨੂੰ ਨੌਕਰੀ ਕਿਉਂ ਮਿਲਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਿਹੜਾ ਸਟੂਡੈਂਟ ਹੈ ਉਹ ਵੀ ਸਟਿਲ ਫੋਰਨ ਨੈਸ਼ਨਲ ਹੈ। ਉਹ ਤੋਂ ਬਾਅਦ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ, ਉਹ ਤਾਂ ਵੀ ਸਟਿਲ ਫੋਰਨ ਨੈਸ਼ਨਲ ਹੈ ਜਦ ਤੱਕ ਉਹ ਪਰਮਾਨੈਂਟ ਰੈਜ਼ੀਡੈਂਟ ਨਹੀਂ ਬਣ ਜਾਂਦਾ। ਸੋ ਜਿਹੜੀ ਇਹ ਸੈਕਟਰ ਵਾਈਜ਼ ਹੀ ਇਹਨਾਂ ਗੱਲਾਂ ਦੇ ਉੱਤੇ ਆਉਣ ਵਾਲੇ ਸਮੇਂ 'ਚ ਜਿਹੜਾ ਖਿਆਲ ਰੱਖਿਆ ਜਾਊਗਾ। ਜੇ ਜਿਵੇਂ ਆਪਾਂ ਕੱਲ ਦੀ ਗੱਲ ਕਰੀਏ ਤੇ ਜੇ ਐਂਡਰੂ ਸ਼ੇਅਰ ਦਾ ਆਪਾਂ ਬਿਆਨ ਦੇਖੀਏ ਤਾਂ ਉਹਨਾਂ ਨੇ ਆਖਿਆ ਕਿ ਜਿਹੜਾ ਇਹ CERB ਹੈਗਾ ਇਹ ਬਹੁਤ ਸਾਰੇ ਲੋਕਾਂ ਨੂੰ ਰੋਕ ਰਿਹਾ ਹੈ ਕਿ ਉਹ ਕੰਮ ਤੇ ਚਲੇ ਜਾਣ ਕਿਉਂਕਿ ਇਹ ਅਨਸਰਟਨ ਹੈਗੇ ਨੇ। ਤੋ ਪ੍ਰਾਈਮ ਮਿਨਿਸਟਰ ਨੇ ਵੀ ਉਹਦੇ ਤੇ ਗੱਲ ਆਖੀ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਇਹਦੇ ਤੇ ਵਿਚਾਰ ਕਰਨਗੇ ਕਿ ਉਹ ਕਿਵੇਂ ਇਹਨਾਂ ਬੈਨੀਫਿਟਸ ਨੂੰ ਲਾਗੂ ਵੀ ਰੱਖਣ ਤੇ ਲੋਕ ਆਪਣੇ ਕੰਮ ਤੇ ਵੀ ਵਾਪਸ ਚਲੇ ਜਾਣ। ਹਾਂਜੀ, ਕਿਉਂਕਿ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉੱਥੇ ਇਹ ਆਲਵੇਜ਼ ਉਸ ਨਿਗਾਹ ਨਾਲ ਬਾਕੀ ਪਾਪੂਲੇਸ਼ਨ ਦੇਖਦੀ ਹੈ ਕਿ ਉਹਨਾਂ ਦੇ ਜਿਹੜੀਆਂ ਨੌਕਰੀਆਂ ਨੇ ਕਿਤੇ ਫੋਰਨ ਨੈਸ਼ਨਲਸ ਨੂੰ ਨਾ ਮਿਲਦੀਆਂ ਹੋਣ ਜੀ। ਕੁਝ ਸਾਨੂੰ ਦਰਸ਼ਕਾਂ ਨੇ ਕੁਐਸਚਨਸ ਪੁੱਛਿਆ ਫੇਸਬੁੱਕ ਦੇ ਉੱਤੇ ਤੇ ਥੋੜਾ ਜਿਹਾ ਜੇ ਆਪਾਂ ਇਹਨਾਂ ਦੇ ਰਿਪਲਾਈ ਕਰ ਦਈਏ। ਇੱਕ ਮਨਜੋਤ ਜਗਜੀਤ ਰੰਧਾਵਾ ਜੀ ਨੇ ਉਹਨਾਂ ਨੇ ਕਿਹਾ ਕਿ ਮੇਰੇ ਹਸਬੈਂਡ ਨੇ ਅਪਲਾਈ ਕੀਤਾ ਸੀ ਵਰਕ ਵੀਜ਼ਾ ਲਈ ਕੈਨੇਡਾ ਵਿੱਚ 18 ਮਾਰਚ ਨੂੰ, ਉਹਨਾਂ ਦਾ ਰਿਜ਼ਲਟ ਕਦੋਂ ਤੱਕ ਆ ਸਕਦਾ, ਕੀ ਪ੍ਰੋਸੈਸ ਹੋ ਰਿਹਾ ਐਪਲੀਕੇਸ਼ਨਸ? ਹਾਂਜੀ, ਸੋ ਜੇ ਤਾਂ ਉਹਨਾਂ ਨੇ ਆਨਲਾਈਨ ਅਪਲਾਈ ਕੀਤਾ ਸੀਗਾ ਤੇ ਫਿਰ ਤਾਂ ਬਿਲਕੁਲ ਉਹਦੀ ਪ੍ਰੋਸੈਸਿੰਗ ਜਿਹੜੀ ਹੋ ਰਹੀ ਹੈਗੀ ਹੈ ਜੀ। ਜੇ ਉਹਨਾਂ ਨੇ ਪੇਪਰ ਐਪਲੀਕੇਸ਼ਨ ਅਪਲਾਈ ਕੀਤਾ ਸੀਗਾ ਤਾਂ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚੋਂ ਚੰਡੀਗੜ੍ਹ ਤੇ ਬੈਂਗਲੌਰ ਆਫਿਸ ਨੇ ਜਿਹੜੇ ਉਹ ਬੰਦ ਹੈਗੇ ਨੇ ਇਸ ਵੇਲੇ। ਸੋ ਨਵੀਂ ਦਿੱਲੀ ਹੀ ਪ੍ਰੋਸੈਸ ਜਿਹੜਾ ਕਰ ਰਿਹਾ ਹੈਗਾ ਤੇ ਜਿਹੜੀ ਆਨਲਾਈਨ ਪ੍ਰੋਸੈਸਿੰਗ ਹੈ ਉਹ ਇਹਦਾ ਇਹ ਹੈਗਾ ਕਿ ਉਹ ਕਿਤੇ ਵੀ ਕਿਸੇ ਵੀ ਦੁਨੀਆ ਦੇ ਹਿੱਸੇ ਦੇ ਵਿੱਚੋਂ ਉਸ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾ ਰਿਹਾ ਹੈਗਾ। ਹੁਣ ਜਿਵੇਂ ਉਹਨਾਂ ਨੇ ਆਪਾਂ ਨੂੰ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਕੀਤੀ ਹੈ ਹਸਬੈਂਡ ਦੀ ਜਾਂ ਉਹਨਾਂ ਨੇ C41 C42 ਜਿਹੜਾ ਕਿ ਉਹ ਵਰਕਰ ਜਾਂ ਸਟੂਡੈਂਟ ਹੈਗੇ ਨੇ ਉਹਦੇ ਤੌਰ ਤੇ ਹਸਬੈਂਡ ਨੂੰ ਬੁਲਾਇਆ ਹੈਗਾ। ਸੋ ਉਹਨਾਂ ਦਾਇਰਿਆਂ ਦੇ ਵਿੱਚੋਂ ਵੱਖਰੇ ਤਰੀਕੇ ਨਾਲ ਜਿਹੜੀ ਪ੍ਰੋਸੈਸਿੰਗ ਦੇ ਉੱਤੇ ਅਸਰ ਪਊਗਾ ਜੀ। ਮਿਸਟਰ B ਸਿੰਘ ਨੇ ਉਹਨਾਂ ਨੇ ਕਿਹਾ ਕਿ ਅਲਬਰਟਾ ਸਟੇਟ 'ਚ PNP ਤੋਂ ਬਾਅਦ PR ਲਈ ਕਿੰਨਾ ਟਾਈਮ ਲੱਗਦਾ ਹੈ?
ਸਟੇਟ ਦਾ ਜਾਂ ਪ੍ਰੋਵਿੰਸ ਦਾ ਪਰਮਨੈਂਟ ਰੈਜ਼ੀਡੈਂਟ ਹੋਣ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ। ਜਦੋਂ ਤੁਹਾਡੀ PNP ਹੋ ਗਿਆ, ਉਸ ਤੋਂ ਬਾਅਦ ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਅਪਲਾਈ ਕਰਨਾ ਹੈਗਾ। ਪਰਮਨੈਂਟ ਰੈਜ਼ੀਡੈਂਸ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਇਹ ਫੈਡਰਲ ਸਰਕਾਰ ਦਾ ਜੁਰਿਸਡਿਕਸ਼ਨ ਹੈਗਾ। ਸੋ ਉਹਦੇ ਲਈ ਪ੍ਰੋਵਿੰਸਿਸ ਨੂੰ ਸਰਟਨ ਕੋਟਾ ਦਿੱਤਾ ਹੈਗਾ। ਜਿਵੇਂ ਆਪਾਂ ਨੂੰ ਪਤਾ ਹੈ ਕਿ ਹਰ ਸਾਲ ਸਰਟਨ ਨੰਬਰ ਆਫ ਲੋਕ ਹੀ ਆ ਸਕਦੇ ਹੈਗੇ ਨੇ, ਉਹਦੇ ਮੁਤਾਬਕ ਕੋਟਾ ਦੇ ਮੁਤਾਬਕ ਉਹਨਾਂ ਦੀ ਪ੍ਰੋਸੈਸਿੰਗ ਹੈ ਜਿਹੜੀ ਉਹ ਹੁੰਦੀ ਰਹਿੰਦੀ ਹੈਗੀ ਹੈ। ਸੋ ਜੇ ਉਹਨਾਂ ਦੀ ਉਹ ਕੋਟਾ ਦੇ ਵਿੱਚ ਹੈਗੇ ਆ ਤੇ ਤੋਂ ਬਾਅਦ ਉਹ ਜੋ ਵੀ ਸਟੈਚੂਟਰੀ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਨੇ, ਮੈਡੀਕਲ, ਪੁਲਿਸ ਕਲੀਅਰੈਂਸ, ਇਹ ਤੋਂ ਬਾਅਦ ਉਹਨਾਂ ਦੀ ਜੌਬ ਜਿਹੜੀ ਹੈਗੀ ਉਹ ਸਟਿਲ ਅਵੇਲੇਬਲ ਹੈਗੀ ਹੈ ਕਿ ਨਹੀਂ ਹੈਗੀ ਹੈ, ਉਹਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਸੈਸਿੰਗ ਦੇ ਉੱਤੇ ਅਸਰ ਪਊਗਾ। ਪਰ ਇਹ ਕੋਈ ਸਰਟਨ ਇਹਦੇ 'ਚ ਟਾਈਮ ਲਿਮਿਟਸ ਨਹੀਂ ਹੈਗੀਆਂ ਕਿ ਇੰਨੇ ਵਕਤ 'ਚ ਪ੍ਰੋਸੈਸ ਹੋ ਜਾਊਗਾ, ਕਿਉਂਕਿ ਇਮੀਗ੍ਰੇਸ਼ਨ ਤਰਨ ਕੋਈ ਸਰਵਿਸ ਨਹੀਂ ਹੈਗਾ, ਇਮੀਗ੍ਰੇਸ਼ਨ ਲਾਅ ਹੈਗਾ। ਸੋ ਲਾਅ ਦੇ ਵਿੱਚੋਂ ਸਰਕਾਰ ਦਾ ਮੈਂਡੇਟ ਹੈਗਾ ਕਿ ਉਹਨੇ ਦੇਖਣਾ ਕਿ ਐਪਲੀਕੈਂਟ ਹੈ ਜਿਹੜਾ ਉਹ ਜੋ ਕਾਨੂੰਨ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰ ਰਿਹਾ, ਤੇ ਜਿਹੜਾ ਐਪਲੀਕੈਂਟ ਹੈ ਉਹਦਾ ਮੈਂਡੇਟ, ਉਹਦੀ ਜ਼ਿੰਮੇਵਾਰੀ ਹੈਗੀ ਹੈ ਕਿ ਉਹਨੇ ਦਿਖਾਉਣਾ ਕਿ ਉਹ ਕਾਨੂੰਨ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਰਹੀਆਂ। ਉਹ ਤੋਂ ਬਾਅਦ ਉਹਦੇ ਤੇ ਫੈਸਲਾ ਹੋਊਗਾ। ਸੋ ਜੇ ਸਰਵਿਸ ਹੋਵੇ ਤਾਂ ਉਹਦੇ ਤੇ ਸਰਵਿਸ ਸਟੈਂਡਰਡ ਟਾਈਮਸ ਹੋ ਸਕਦੇ ਨੇ, ਪਰ ਇਮੀਗ੍ਰੇਸ਼ਨ ਤਾਂ ਕੋਈ ਸਰਵਿਸ ਨਹੀਂ ਨਾ, ਸੋ ਸਰਕਾਰ ਕੋਈ ਸਰਵਿਸ ਸਟੈਂਡਰਡ ਟਾਈਮਸ ਤਾਂ ਫਿਕਸ ਨਹੀਂ ਕਰ ਸਕਦੀ। ਜੀ ਬਿਲਕੁਲ। ਤੇ ਸਰ ਅਮਰਜੀਤ ਕੌਰ ਨੇ ਮੈਮ ਉਹਨਾਂ ਨੇ ਪੁੱਛਿਆ ਹੈ ਕਿ ਇਫ ਸਮਬਡੀ ਕੇਮ ਟੂ ਕੈਨੇਡਾ ਔਨ ਵਿਜ਼ਟਰ ਵੀਜ਼ਾ ਫॉर 4 months ਡੂ ਦੇ ਨੀਡ ਐਨੀ ਐਕਸਟੈਂਸ਼ਨ ਐਜ਼ देयर ਫਲਾਈਟਸ ਹੈਜ਼ ਬੀਨ ਕੈਂਸਲਡ? ਹਾਂਜੀ, ਐਬਸੋਲੂਟਲੀ। ਜਿਹੜਾ ਪਰਮਨੈਂਟ ਰੈਜ਼ੀਡੈਂਟ ਤੋਂ ਇਲਾਵਾ ਕੋਈ ਵੀ ਟੈਂਪਰੇਰੀ ਰੈਜ਼ੀਡੈਂਟ ਹੈਗਾ, ਉਹਨੂੰ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਅਤਿਅੰਤ ਜ਼ਰੂਰੀ ਹੈ। ਚਾਹੇ ਤੁਸੀਂ ਵਿਜ਼ਿਟਰ ਹੋ, ਚਾਹੇ ਤੁਸੀਂ ਵਰਕਰ ਹੋ, ਤੇ ਚਾਹੇ ਤੁਸੀਂ ਸਟੂਡੈਂਟ ਹੈਗੇ ਹੋ। ਸੋ ਇਹ ਸਟੇਟਸ ਨੂੰ ਬਰਕਰਾਰ ਕਰਕੇ ਰੱਖਣਾ ਤੁਹਾਡਾ ਅਤਿਅੰਤ ਜ਼ਰੂਰੀ ਹੈ। ਸੋ ਜੇ ਉਹਨਾਂ ਨੂੰ 4 ਮਹੀਨੇ ਦੀ ਸਟੇ ਮਿਲੀ ਸੀ, ਉਹ ਤੋਂ ਬਾਅਦ ਉਹਨਾਂ ਨੇ ਅੱਗੇ ਰਹਿਣਾ, ਹਾਂਜੀ ਉਹਨਾਂ ਨੂੰ ਐਪਲੀਕੇਸ਼ਨ ਕਰਨੀ ਪੈਣੀ ਹੈ। ਉਹਨਾਂ ਦੀ ਐਕਸਟੈਂਸ਼ਨ ਹੈ ਜਿਹੜੀ ਉਹ ਜ਼ਰੂਰ ਹੋ ਚੁੱਕੀ, ਕਿਉਂਕਿ ਇਹਦੇ 'ਚ ਤਾਂ ਕੋਈ ਦੋ ਰਾਵਾ ਨਹੀਂ ਕਿ ਕਰੰਟਲੀ ਜਿਹੜੀ COVID-19 ਕਰਕੇ ਸਿਚੁਏਸ਼ਨ ਹੈ ਕਿ ਲੋਕ ਆ ਜਾ ਨਹੀਂ ਸਕਦੇ, ਪਰ ਉਹਨਾਂ ਨੇ ਆਪਣੀ ਐਕਸਟੈਂਸ਼ਨ ਲਈ ਅਰਜ਼ੀ ਹੈ ਜਿਹੜੀ ਉਹ ਜ਼ਰੂਰ ਪਾਉਣੀ ਹੈਗੀ ਹੈ, ਕਿਉਂਕਿ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ ਆਪਦੇ ਸਟੇਟਸ ਨੂੰ ਲੀਗਲੀ ਮੇਨਟੇਨ ਕਰਕੇ ਰੱਖਣਾ। ਜੀ ਬਿਲਕੁਲ। ਤੇ ਸਰ ਦਵਿੰਦਰ ਨੇ, ਇੱਕ ਮਿਸਟਰ ਦਵਿੰਦਰ, ਉਹਨਾਂ ਨੇ ਪੁੱਛਿਆ ਹੈ ਕਿ ਉਹਨਾਂ ਨੇ ਇੰਡੀਆ ਟੂ ਬਠਿੰਡਾ ਤੋਂ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ, ਮੈਡੀਕਲ ਪਹਿਲਾਂ ਹੀ ਕਰਾ ਕੇ ਅਪਲਾਈ ਕੀਤਾ ਸੀ 18 ਮਾਰਚ ਨੂੰ, ਬਟ ਹੁਣ ਉਹਨਾਂ ਦਾ ਲੈਟਰ ਆ ਗਿਆ ਹੈ ਵਾਇਰਸ ਕਰਕੇ ਅੰਡਰ ਪ੍ਰੋਸੈਸ ਹੈ। ਹੁਣ ਇਹ ਕਦੋਂ ਤੱਕ ਪਤਾ ਲੱਗ ਸਕਦਾ ਹੈ ਐਂਡ ਪੋਜ਼ਿਟਿਵ ਰਿਜ਼ਲਟ ਪੋਜ਼ਿਟਿਵ ਹੋ ਸਕਦਾ ਆ ਜਾਂ ਕੋਈ ਪ੍ਰੋਬਲਮ ਆ ਸਕਦੀ ਹੈ ਉਹਦੇ ਵਿੱਚ? ਸੋ ਇਹ ਮੇਨਲੀ ਮੈਨੂੰ ਲੱਗਦਾ ਇਹਨਾਂ ਦਾ ਸਵਾਲ ਓਪਨ ਪਰਮਿਟ ਤੋਂ ਹਿਸਾਬ, ਇਹਨਾਂ ਦੇ ਜਿਹੜੀ ਓਪਨ ਵਾਈਫ ਵਰਕ ਹੈਗੇ ਪਰਮਿਟ ਆ ਜੀ। ਉਹ ਹਾਂਜੀ ਉਹ ਕੈਨੇਡਾ ਦੇ ਵਿੱਚ ਜਾਂ ਸਟੂਡੈਂਟ ਹੋਣਗੇ ਜਾਂ ਵਰਕਰ ਹੋਣਗੇ ਜੀ, ਤਾਂ ਉਹ ਐਪਲੀਕੇਸ਼ਨ ਕੀਤੀ ਹੈ। ਹਾਂਜੀ, ਉਹ ਸਰਕਮਸਟੈਂਸਿਸ ਆਲਰੇਡੀ ਜਿਹੜੀਆਂ ਚੱਲ ਰਹੀਆਂ ਨੇ, COVID-19 ਕਰਕੇ ਪੋਜ਼ਿਟਿਵਿਟੀ ਜਾਂ ਨੈਗੇਟਿਵ ਤੇ ਤਾਂ ਨਹੀਂ ਫਰਕ ਆਊਗਾ ਜੀ। ਇੱਕੋ ਹੀ ਪੋਸੀਬਿਲਿਟੀ ਹੋ ਸਕਦੀ ਹੈਗੀ ਹੈ ਕਿ ਜਿਹੜਾ ਜੇ ਉਹਨਾਂ ਦੇ ਵਾਈਫ ਵਰਕਰ ਹੈਗੇ ਨੇ, ਜੇ ਵਾਈਫ ਵਰਕਰ ਹੈ ਤਾਂ ਫਿਰ ਉਹਨਾਂ ਦਾ ਕੰਮ ਤੇ ਰਹਿਣਾ ਜ਼ਰੂਰੀ ਹੈ, ਜਿਹੜੀ ਕਿ ਘੱਟੋ ਘੱਟ B-NOC ਦੀ ਜੌਬ ਉਹਨਾਂ ਕੋਲੇ ਹੋਣੀ ਜ਼ਰੂਰੀ ਹੈ। ਸੋ ਲੇਟਰ ਔਨ ਇਹ ਉਹਨਾਂ ਤੋਂ ਕਾਗਜ਼ ਪੱਤਰ ਮੰਗਿਆ ਜਾ ਸਕਦਾ ਕਿ ਉਹ ਦਿਖਾ ਸਕਣ ਕਿ ਜੇ ਉਹਨਾਂ ਦੀ ਵਾਈਫ B ਜੌਬ ਤੇ ਸਟਿਲ ਕੰਮ ਕਰ ਰਹੇ ਨੇ। ਜੇ ਉਹਨਾਂ ਦਾ ਜੌਬ ਲਾਸ ਹੋ ਜਾਂਦਾ ਜੀ, ਫਿਰ ਉਹ ਐਲੀਜੀਬਲ ਨਹੀਂ ਹੈਗੇ ਆ, ਫਿਰ ਉਹ ਰਿਫਿਊਜ਼ ਵੀ ਹੋ ਸਕਦਾ ਹੈ। ਪਰ ਇਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਹੜਾ ਸੈਕਸ਼ਨ 4 ਹੈ, ਇਹ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਸੀ, ਇਹ ਵਿਆਹ ਜੈਨੂਇਨ ਸੀ, ਉਹ ਵੀ ਉਹਨਾਂ ਨੇ ਮੇਨਟੇਨ ਕਰਕੇ ਰੱਖਣਾ ਜ਼ਰੂਰੀ ਹੈ। ਸੋ ਉਹਨਾਂ ਦੀਆਂ ਸਰਕਮਸਟੈਂਸਿਸ ਲਈ ਮੈਂ ਉਹਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਕਾਲ ਕਰ ਲੈਣ, ਤਾਂ ਹੀ ਉਹਨਾਂ ਤੇ ਵਿਚਾਰ ਹੋ ਸਕਦਾ ਹੈ, ਕਿਉਂਕਿ ਕਾਫੀ ਪਰਸਨਲ ਪ੍ਰਾਈਵੇਟ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਟੈਲੀਵਿਜ਼ਨ ਤੇ ਸ਼ੇਅਰ ਨਹੀਂ ਬਿਲਕੁਲ ਕਰ ਜੀ। ਇੱਕ ਸਕਦੇ। ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਤਵਿੰਦਰ ਆ। ਮੈਂ ਇੱਕ ਤੁਹਾਡੇ ਕੋਲ ਕੁਐਸਚਨ ਸੀਗਾ। ਮੇਰੇ ਪੇਰੈਂਟਸ ਜਿਹੜੇ ਸਟਕ ਆ, ਜੇ ਉਹ 6 ਮੰਥ ਤੋਂ ਜ਼ਿਆਦਾ ਇੰਡੀਆ ਰਹਿੰਦੇ, ਉਹ ਕੈਨੇਡੀਅਨ ਸਿਟੀਜ਼ਨ ਆ ਜੀ, ਤੇ ਕੀ ਉਹਨਾਂ ਦਾ ਕੀ ਵਾਟ ਹੈਪਨ ਨੈਕਸਟ? ਜੀ ਪੈਨਸ਼ਨ ਵੀ ਲੈ ਰਹੇ ਆ। ਓਕੇ। ਤੇ ਸਰ ਆਪਾਂ ਇਹਨਾਂ ਦਾ ਰਿਪਲਾਈ ਕਰ ਸਕਦੇ ਹਾਂ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ। ਤਰਨ, ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹ ਚਾਹੇ ਕਿੰਨੀ ਵੀ ਸਮਾਂ ਕੈਨੇਡਾ ਤੋਂ ਬਾਹਰ ਰਹਿਣ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਕੈਨੇਡੀਅਨਸ ਹੈਵ ਰਾਈਟ ਟੂ ਰਿਟਰਨ ਟੂ ਕੈਨੇਡਾ। ਇਹ ਸਿਰਫ ਕੈਨੇਡੀਅਨ ਸਿਟੀਜ਼ਨ ਕੋਲੇ ਰਾਈਟ ਹੈਗਾ, ਰਾਈਟ ਟੂ ਰਿਟਰਨ ਟੂ ਕੈਨੇਡਾ। ਦੂਜਾ ਉਹਨਾਂ ਦਾ ਸਵਾਲ ਸੀ ਪੈਨਸ਼ਨ ਦੇ ਉੱਤੇ, ਉਹ ਆਪਣੇ ਅਕਾਊਂਟੈਂਟ ਨਾਲ ਵਿਚਾਰ ਕਰ ਸਕਦੇ ਨੇ, ਤੇ ਇਹਦਾ ਰੈਸਿਪਰੋਕਲ ਇਫੈਕਟ ਹੈ ਜਿਹੜਾ ਉਹ ਇੰਡੀਆ ਤੋਂ ਜ਼ਰੂਰ ਉਹਨਾਂ ਨੂੰ ਆ ਸਕਦਾ ਹੈਗਾ, ਕਿਉਂਕਿ ਜੇ ਉਹ ਫੋਰਨ ਨੈਸ਼ਨਲ ਹੈਗੇ ਨੇ ਤੇ ਆਪਾਂ ਨੂੰ ਪਤਾ ਹੈ ਇੰਡੀਆ ਦੇ ਵਿੱਚ ਉਹ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦੇ। ਜੇ ਉਹਨਾਂ ਦਾ 6 ਮਹੀਨੇ ਦਾ ਸਮਾਂ ਹੋ ਗਿਆ
ਤਾਂ ਉਹ ਲੋਕਲ ਆਫਿਸ ਜਿਹੜਾ ਹੈਗਾ ਫੋਰਨਰ ਰਜਿਸਟ੍ਰੇਸ਼ਨ ਆਫਿਸ, ਇਹ ਪੰਜਾਬ ਦੇ ਵਿੱਚੋਂ ਹਰ ਜਿਹੜਾ SSP ਆਫਿਸ ਹੁੰਦਾ ਜ਼ਿਲ੍ਹੇ ਦਾ ਤੁਹਾਡਾ, ਇਹ ਉੱਥੇ ਫੋਰਨ ਰਜਿਸਟ੍ਰੇਸ਼ਨ ਆਫਿਸ ਹੁੰਦਾ ਹੈਗਾ। ਉਹ ਉੱਥੇ ਐਪਲੀਕੇਸ਼ਨ ਕਰਕੇ ਆਪਣੀ ਸਟੇ ਨੂੰ ਐਕਸਟੈਂਡ ਕਰਾ ਲੈਣ, ਤਾਂ ਕਿ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਨੇ ਇੰਡੀਆ ਦੇ ਵਿੱਚ, ਉਹ ਵਿਦੇਸ਼ੀ ਨੇ ਤੇ ਵਿਦੇਸ਼ੀ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ, ਇਸ ਲਈ ਆਪਦੇ ਵੀਜ਼ੇ ਨੂੰ ਇੰਡੀਆ ਦੇ ਵਿੱਚ ਉਹ ਜ਼ਰੂਰ ਐਕਸਟੈਂਡ ਕਰਾ ਲੈਣ। ਪਰ ਉਹ ਕੈਨੇਡਾ ਦੇ ਵਿੱਚ ਉਹਨਾਂ ਤੇ ਕੋਈ ਅਸਰ ਨਹੀਂ। ਜੀ ਸਰ, ਇੱਕ ਜਿਵੇਂ ਟੂਰਿਸਟ ਵੀਜ਼ਾ ਵਾਲਿਆਂ ਦੇ ਵੀ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਸੀ ਕਿ ਕਦੋਂ ਤੱਕ ਓਪਨ ਹੋਏਗਾ, ਜਿਨ੍ਹਾਂ ਦੇ ਹੁਣ ਇੰਡੀਆ ਵਿੱਚ ਟੂਰਿਸਟ ਵੀਜ਼ਾ ਲੱਗਿਆ ਹੋਇਆ ਕੈਨੇਡਾ ਦਾ, ਜਿਵੇਂ ਇੱਕ ਹੁੰਦਾ ਹੈ ਕਿ ਐਨੇ ਟਾਈਮ ਦੇ ਵਿੱਚ ਤੁਸੀਂ ਆ ਸਕਦੇ ਹੋ, ਉਸ ਤੋਂ ਬਾਅਦ ਇੱਕ ਲਿਮਿਟ ਹੁੰਦੀ ਹੈ ਕਿ ਐਨੇ ਪੀਰੀਅਡ ਦੇ ਵਿੱਚ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਏਗਾ। ਸੋ ਜਿਨ੍ਹਾਂ ਦੇ ਹੁਣ ਲੱਗੇ ਹੋਏ ਨੇ, ਕੀ ਉਹਨਾਂ ਦੇ ਕੋਈ ਚਾਂਸਿਸ ਹੈਗੇ ਆ ਜਾਂ ਕਦੋਂ ਤੱਕ ਓਪਨ ਹੋ ਸਕਦਾ ਆ? ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ, ਟਰੈਵਲ ਰਿਸਟ੍ਰਿਕਸ਼ਨਸ ਨੇ ਤਰਨ, ਉਹ 30 ਜੂਨ ਤੱਕ ਹੈਗੀਆਂ ਨੇ। ਸੋ 30 ਜੂਨ ਤੱਕ ਜੇ ਤੁਸੀਂ ਉਹ ਰਿਸਟ੍ਰਿਕਸ਼ਨ ਵਾਲੀ ਲਿਸਟ ਦੇ ਵਿੱਚ ਨਹੀਂ ਹੈਗੇ ਹੋ ਤਾਂ ਫਿਰ ਤੁਸੀਂ ਨਹੀਂ ਆ ਸਕਦੇ, ਜਿਹਦੇ 'ਚ ਆਪਾਂ ਨੂੰ ਪਤਾ ਕੈਨੇਡੀਅਨ ਸਿਟੀਜ਼ਨਸ, ਪਰਮਾਨੈਂਟ ਰੈਜ਼ੀਡੈਂਟਸ, ਫੈਮਿਲੀ ਮੈਂਬਰਸ, ਵਰਕਰ, ਸਟੂਡੈਂਟ ਇਹ ਹੈਗੇ ਨੇ। ਤੇ ਜਿਹੜੇ ਉਹ ਤੋਂ ਇਲਾਵਾ ਨੇ ਉਹ 30 ਜੂਨ ਤੱਕ ਨਹੀਂ ਆ ਸਕਦੇ, ਅੰਟਿਲ ਅਨਲੈਸ ਉਹ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਪ੍ਰੋਵਾਈਡਰ ਦੇ ਵਿੱਚ ਕੋਈ ਨਾ ਕੋਈ ਉਹਨਾਂ ਦਾ ਰੋਲ ਹੋਵੇ। ਤੇ ਦੂਜਾ, ਜਿਹੜੀਆਂ ਜਦੋਂ ਤੱਕ ਉਹਨਾਂ ਦਾ ਵੀਜ਼ੇ ਦੀ ਲਿਮਿਟ ਹੈ ਕਿ ਇੰਨੀ ਤਰੀਕ ਨੂੰ ਐਕਸਪਾਇਰ ਹੋ ਰਿਹਾ, ਉਹ ਤੋਂ ਪਹਿਲਾਂ ਹੀ ਆ ਸਕਦੇ ਨੇ। ਜੋ ਐਕਸਪਾਇਰ ਹੋ ਗਿਆ ਤਾਂ ਉਹਨਾਂ ਨੂੰ ਦੁਬਾਰੇ ਤੋਂ ਅਪਲਾਈ ਹੈ ਜਿਹੜਾ ਉਹ ਕਰਨਾ ਪਊਗਾ। ਪਰ ਉਹਨਾਂ ਦੇ ਉੱਤੇ ਇਹ ਸਵਾਲ ਨਹੀਂ ਕੀਤਾ ਜਾਊਗਾ ਕਿ ਉਹਨਾਂ ਨੇ ਟਰੈਵਲ ਕਿਉਂ ਨਹੀਂ ਕੀਤਾ, ਕਿਉਂਕਿ ਇਹ ਆਬਵੀਅਸ ਹੈਗਾ ਕਿ COVID-19 ਕਰਕੇ ਉਹ ਟਰੈਵਲ ਨਹੀਂ ਕਰ ਸਕਦੇ ਸੀ। ਤੇ ਦੂਜਾ, ਜਿਹੜੀਆਂ ਵਿਜ਼ਿਟਰ ਵੀਜ਼ੇ ਦੀਆਂ ਐਪਲੀਕੇਸ਼ਨਸ ਨੇ, ਮੈਂ ਆਪ ਜੀ ਨੂੰ ਜਿਵੇਂ ਪਹਿਲਾਂ ਵੀ ਕਾਲਰ ਦਾ ਸਵਾਲ ਸੀਗਾ, ਉਹ 19 ਮਈ ਤੱਕ ਹਾਲੇ ਉਹਨਾਂ ਤੇ ਰੁਕਿਆ। ਸੋ 19 ਮਈ ਤੱਕ ਉਹ ਆਪਣੀ ਵਿਜ਼ਿਟਰ ਵੀਜ਼ੇ ਦੀ ਨਵੀਂ ਐਪਲੀਕੇਸ਼ਨ ਵੀ ਨਹੀਂ ਕਰ ਸਕਦੇ ਹੈਗੇ ਜੀ। ਤੇ ਸਰ, ਜਿਹੜੇ ਇਸ ਟਾਈਮ ਸਟੂਡੈਂਟਸ ਉੱਥੇ ਬੈਠੇ ਨੇ, ਹਜੇ ਕੁਝ ਸਮੇਂ ਲਈ ਉਹ ਆ ਨਹੀਂ ਸਕਦੇ ਜਾਂ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਅਗਲੇ ਬੈਚ ਵਿੱਚ ਉਹਨਾਂ ਨੂੰ ਡੈਫਰ ਕਰ ਦਿੱਤਾ ਆ, ਕੀ ਉਹਨਾਂ ਲਈ ਇਹ ਚੰਗੀ ਚੀਜ਼ ਹੈ, ਪੋਜ਼ਿਟਿਵ ਹੈ? ਜਾਂ ਫਿਰ ਜਿਨ੍ਹਾਂ ਨੂੰ ਨਹੀਂ ਕੀਤਾ ਹੈਗਾ ਉਹ ਕਦੋਂ ਤੱਕ ਆ ਸਕਦੇ ਨੇ, ਜਾਂ ਕੀ ਉਹ ਉੱਥੇ ਬੈਠੇ ਆਨਲਾਈਨ ਸਟੱਡੀ ਇਸ ਬਾਰੇ ਕਰ ਸਕਦੇ ਨੇ? ਹਾਂਜੀ, ਇਹ ਜਿਹੜਾ ਸਰਕਮਸਟੈਂਸਸ ਨੇ ਤਰਨ, ਇਹ ਇੰਡੀਵਿਜੂਅਲ ਦੀ ਪ੍ਰੈਫਰੈਂਸ ਤੇ ਡਿਪੈਂਡ ਕਰਨਗੀ। ਓਕੇ, ਸਰਕਾਰ ਨੇ ਇਹਦੇ ਤੇ ਫਲੈਕਸੀਬਿਲਿਟੀ ਹੈ ਜਿਹੜੀ ਉਹ ਦਿਖਾਈ ਹੈ। ਆਪਾਂ ਪਹਿਲਾਂ ਕਾਲਰ ਲੈ ਲਈਏ ਜੀ। ਬਿਲਕੁਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ। ਮੇਰਾ ਨਾਮ ਹਰਸ਼ਰਨ ਸਿੰਘ ਹੈ ਜੀ ਹਰਸ਼ਰਨ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਪੀਚਿੰਗ ਰੈਗੂਲਰ ਕੁਐਸਚਨ ਪੁੱਛਣਾ ਚਾਹੁੰਦਾ ਜੀ ਜੀ ਸਰ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ, ਪਲੀਜ਼ ਜ਼ਰਾ ਲਾਊਡ ਬੋਲੋਗੇ। ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੇਰਾ ਇੱਕ ਕੁਐਸਚਨ ਹੈ ਸਰਦਾਰ ਜਸਪੀਰ ਸਿੰਘ ਰੈਗੂਲਰ, ਮੈਂ ਤੁਹਾਨੂੰ ਦੱਸ ਦਿਆਂ ਕੀ ਜੀ ਜੀ ਪੁੱਛੋ ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ, ਦੱਸੋ। ਮੇਰੀ ਵਾਈਫ ਦਸੰਬਰ ਦੀ ਇੰਡੀਆ ਗਈ ਸੀ, ਗ੍ਰੀਨ ਕਾਰਡ ਹੋਲਡਰ ਹੈ। ਤੁਸੀਂ ਅਮਰੀਕਾ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਤੁਸੀਂ? ਹਾਂ, ਮੈਂ ਕੈਲੀਫੋਰਨੀਆ ਤੋਂ ਬੋਲ ਜੀ ਮੈਮ, ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਤੁਸੀਂ ਅਮਰੀਕਾ ਇਮੀਗ੍ਰੇਸ਼ਨ ਬਾਰੇ ਤੁਸੀਂ ਮੰਡੇ ਨੂੰ ਕੁਐਸਚਨ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ। ਓਕੇ ਜੀ ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਜਿਹੜੇ ਸਟੂਡੈਂਟਸ ਦੀ। ਜੀ ਬਿਲਕੁਲ ਜੀ। ਸੋ ਉਹਨਾਂ ਦੀ ਪਰਸਨਲ ਪ੍ਰੈਫਰੈਂਸ ਦੇ ਉੱਤੇ ਡਿਪੈਂਡ ਕਰੂਗਾ ਤਰਨ ਇਹ। ਜੇ ਤਾਂ ਉਹਨਾਂ ਦਾ ਸਕੂਲ ਹੈ ਜਿਹੜਾ ਉਹਨਾਂ ਨੂੰ ਆਨਲਾਈਨ ਕਲਾਸਿਸ ਦੇਣ ਨੂੰ ਤਿਆਰ ਹੈਗਾ, ਉਹ ਇੰਡੀਆ ਦੇ ਵਿੱਚ ਹੈਗੇ ਨੇ, ਤਾਂ ਇਹ ਫਲੈਕਸੀਬਿਲਿਟੀ ਹੈ ਜਿਹੜੀ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਦਿੱਤੀ ਗਈ ਹੈ ਕਿ ਜੇ ਉਹਨਾਂ ਦਾ 50% ਤੋਂ ਘੱਟ ਕੋਰਸ ਮਟੀਰੀਅਲ ਹੈ ਜਿਹੜਾ ਉਹ ਆਨਲਾਈਨ ਹੋਊਗਾ ਤਾਂ ਉਹਨਾਂ ਨੂੰ ਅੱਗੇ ਵਰਕ ਪਰਮਿਟ 'ਚ ਕੋਈ ਤਕਲੀਫ ਨਹੀਂ ਆਊਗੀ। ਪਰ ਉਹਦੇ 'ਚ ਨਾਲ ਦੀ ਨਾਲ ਇਹ ਵੀ ਕੰਡੀਸ਼ਨ ਹੈਗੀ ਹੈ ਕਿ ਜਿਹੜਾ ਸਮਾਂ ਉਹ ਆਨਲਾਈਨ ਕੰਟਰੀ ਤੋਂ ਬਾਹਰ ਪੜ੍ਹਾਈ ਕਰਨਗੇ, ਉਨੇ ਸਮੇਂ ਦਾ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਸੇ ਦਾ 2 ਸਾਲ ਦਾ ਪ੍ਰੋਗਰਾਮ ਹੈਗਾ ਤੇ ਉਹ ਤੋਂ ਬਾਅਦ ਉਹ ਹੁਣ ਮਈ ਤੋਂ ਲੈ ਕੇ ਅਗਸਤ ਤੱਕ ਆਪਣੀ ਜਿਹੜੀ ਪੜ੍ਹਾਈ ਹੈ ਉਹ ਆਨਲਾਈਨ ਕਰ ਲੈਂਦੇ ਨੇ ਜੀ। ਤੇ 4 ਸਮੈਸਟਰ ਨੇ, 1 ਸਮੈਸਟਰ ਉਹਨਾਂ ਨੇ ਆਨਲਾਈਨ ਪੜ੍ਹਿਆ ਹੈਗਾ, ਤਾਂ ਇਹਦਾ ਮਤਲਬ ਉਹ 25% ਆਫ ਦਾ ਕੋਰਸ ਹੈਗਾ, ਤਾਂ ਉਹਨਾਂ ਨੂੰ ਵਰਕ ਪਰਮਿਟ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਪਰ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਮਿਲਣਾ ਉਹ 1.5 ਸਾਲ ਦਾ ਹੀ ਮਿਲਣਾ ਹੈਗਾ, ਉਹ 3 ਸਾਲ ਦਾ ਨਹੀਂ ਮਿਲਣਾ, ਕਿਉਂਕਿ ਉਹਨਾਂ ਨੇ 1.5 ਸਾਲ ਹੀ ਕੈਨੇਡਾ ਦੇ ਵਿੱਚ ਪੜ੍ਹਾਈ ਜਿਹੜੀ ਕੀਤੀ ਹੈ। ਸੋ ਇਹ ਪ੍ਰੈਫਰੈਂਸ ਹੈਗੀ ਹੈ ਉਹਨਾਂ ਦੀ। ਜੇ ਤਾਂ ਉਹਨਾਂ ਲਈ ਵਰਕ ਪਰਮਿਟ ਦੀ ਲੈਂਥ ਮੈਟਰ ਨਹੀਂ ਕਰਦੀ ਤਾਂ ਉਹ ਪੜ੍ਹਾਈ ਆਨਲਾਈਨ ਕਰ ਸਕਦੇ ਆ, ਤੇ ਜੇ ਉਹਨਾਂ ਲਈ ਵਰਕ ਪਰਮਿਟ ਦੀ ਲੈਂਥ ਮੈਟਰ ਕਰਦੀ ਹੈ ਤਾਂ ਕਿ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਪੂਰੇ 3 ਸਾਲ ਦਾ ਮਿਲੇ, ਤਾਂ ਫਿਰ ਉਹ ਆਪਦਾ ਜਿਹੜਾ ਕਾਲਜ ਨੂੰ ਅੱਗੇ ਡੈਫਰ ਕਰ ਲੈਣ, ਉਹ ਸੈਪਟੈਂਬਰ ਦੇ ਵਿੱਚ ਆਉਣ, ਕਿਉਂਕਿ ਉਹ ਆਲਰੇਡੀ ਉਹਨਾਂ ਨੂੰ ਵੀਜ਼ਾ ਤਾਂ ਮਿਲਿਆ ਹੈਗਾ ਜੀ। ਉਹ ਤੋਂ ਬਾਅਦ ਉਹ ਅੱਗੇ ਉਹਨੂੰ ਡੈਫਰ ਕਰਕੇ ਤੇ ਅੱਗੇ ਪੜ੍ਹਾਈ ਆਪਣੀ ਕਰ ਸਕਦੇ ਨੇ। ਸੋ ਇੰਡੀਵਿਜੂਅਲ ਦੀ ਆਪਣੀ ਪ੍ਰੈਫਰੈਂਸ ਹੋਊਗੀ ਕਿ ਉਹ ਆਨਲਾਈਨ ਪੜ੍ਹਨਾ ਚਾਹੁੰਦੇ ਆ ਜਾਂ ਉਹ ਇਨ ਕਲਾਸ ਜਦੋਂ ਖੁੱਲਦੀ ਆ ਉਹਨੂੰ ਪੜ੍ਹਨਾ ਚਾਹੁੰਦੇ ਆ। ਜੇ ਤੁਸੀਂ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੋ ਫਿਰ ਉਹ ਤੁਹਾਡੇ ਤੇ ਲਾਗੂ ਨਹੀਂ ਹੁੰਦਾ। ਫਿਰ ਜਿਹੜੀ ਤੁਸੀਂ ਆਨਲਾਈਨ ਪੜ੍ਹਾਈ ਕੀਤੀ ਆ ਉਹਦਾ ਵੀ ਤੁਹਾਨੂੰ ਵਰਕ ਪਰਮਿਟ ਆ ਜਿਹੜਾ ਉਹ ਮਿਲ ਜਾਣਾ ਹੈ।
ਤੇ ਵਨੀ ਆਫਰ ਲੈਟਰਸ ਆ ਚੁੱਕੀਆਂ ਸੀ ਤੇ ਫੀਸ ਪੇ ਕਰਨ ਦਾ ਪ੍ਰੋਸੈਸ ਹਜੇ ਬਾਕੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਆਪਣੀ ਫੀਸ ਜਿਹੜੀ ਆ ਪੇ ਕਰ ਦੇਣੀ ਚਾਹੀਦੀ ਹੈ ਸਟੱਡੀ ਵੀਜ਼ਾ ਲਈ, ਜਾਂ ਫਿਰ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਸਿਚੁਏਸ਼ਨ ਕਲੀਅਰ ਹੋਣ ਦੀ? ਤਰਨ ਇਹ ਵੀ ਪਰਸਨਲ ਪ੍ਰੈਫਰੈਂਸ ਤੇ ਡਿਪੈਂਡ ਕਰੂਗਾ ਉਹਨਾਂ ਦੇ, ਜੀ ਕਿ ਜੇ ਤਾਂ ਉਹਨਾਂ ਜੀ ਕਾਲਰ ਲੈ ਲਈਏ ਅਸੀਂ, ਇਹ ਸਾਡੇ ਲਾਸਟ ਕਾਲਰ ਹੋਣਗੇ ਕਿਉਂਕਿ ਸਮਾਂ ਵੀ ਥੋੜਾ ਇਜਾਜ਼ਤ ਲੈਣ ਵੱਲ ਵੱਧ ਰਿਹਾ। ਹੈਲੋ, ਹਾਈ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਬੋਲਦੀ ਹਾਂ। ਮੈਂ ਗੁਰਪ੍ਰੀਤ ਨੂੰ ਕੁਐਸਚਨ ਕਰਨਾ ਚਾਹੁੰਦੀ ਹਾਂ। ਮੇਰੇ ਬ੍ਰਦਰ ਇੰਡੀਆ ਗਏ ਹੋਏ ਆ, ਉਦਾਂ ਪੀਆਰ ਆ, ਉਹਨਾਂ ਨੂੰ ਗਿਆ ਨੂੰ ਹੁਣ 6-7 ਮਹੀਨੇ ਹੋ ਗਏ। ਜਿੱਦਾਂ ਕੈਨੇਡਾ 'ਚ ਰਹਿਣ ਲਈ 2 ਸਾਲ ਚਾਹੀਦੇ ਆ ਜਦੋਂ ਪੀਆਰ ਰੀਨਿਊ ਕਰਾਉਣੀ ਆ, ਉਹ ਤੇ 3 ਮਹੀਨੇ ਘੱਟ ਆ। ਉਹ ਹੁਣ ਕੀ ਕਰੇ, ਉੱਥੇ ਫਸ ਗਿਆ ਹੈਗਾ ਰਾਈਟ ਨਾਓ। ਜੀ ਤੇ ਸਰ ਆਪਾਂ ਇਹਨਾਂ ਦਾ ਆਨਸਰ ਦੇ ਸਕਦੇ ਹਾਂ, ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਜੀ ਤੁਸੀਂ ਮੈਮ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ ਜੀ। ਤਰਨ ਇਹ ਸੈਕਸ਼ਨ 28 ਦਾ ਮਾਮਲਾ ਹੈਗਾ। ਸੈਕਸ਼ਨ 28 ਹੈ ਜਿਹੜਾ ਕਾਨੂੰਨ ਦਾ, ਉਹ ਇਹ ਕਹਿੰਦਾ ਹੈਗਾ ਕਿ ਹਰ ਪਰਮਾਨੈਂਟ ਰੈਜ਼ੀਡੈਂਟ ਦੀ ਇਹ ਰੈਜ਼ੀਡੈਂਸੀ ਆਬਲੀਗੇਸ਼ਨ ਮੀਟ ਕਰਨਾ ਜ਼ਰੂਰੀ ਹੈ ਕਿ ਉਹ ਕਿਸੇ ਵੀ 5 ਸਾਲ ਦੇ ਪੀਰੀਅਡ ਚੋਂ 730 ਦਿਨ ਜਿਹੜਾ ਉਹ ਕੈਨੇਡਾ ਦੇ ਵਿੱਚ ਗੁਜ਼ਾਰੇ ਹੋਣੇ ਚਾਹੀਦੇ ਨੇ। ਤੇ ਇਮੀਗ੍ਰੇਸ਼ਨ ਮਹਿਕਮੇ ਨੇ ਇਸ ਮਾਮਲੇ ਦੇ ਉੱਤੇ ਪਹਿਲਾਂ ਹੀ ਕਲੈਰੀਫਿਕੇਸ਼ਨ ਹੈ ਜਿਹੜਾ ਉਹ ਦੇ ਦਿੱਤਾ ਹੈ ਕਿ ਜਿਹੜਾ ਸਮਾਂ ਤੁਸੀਂ ਆ COVID-19 ਕਰਕੇ ਕੈਨੇਡਾ ਤੋਂ ਬਾਹਰ ਗੁਜ਼ਾਰੋਗੇ, ਇਹਦੀ ਤੁਹਾਨੂੰ ਕੋਈ ਵੀ ਐਗਜ਼ੈਂਪਸ਼ਨ ਹੈ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਸੋ ਜਿੰਨਾ ਸਮਾਂ ਉਹਨਾਂ ਨੇ ਬਾਹਰ ਗੁਜ਼ਾਰ ਲਿਆ, ਉਹ ਉਹਨਾਂ ਦਾ ਸਮਾਂ ਬਾਹਰ ਹੀ ਮੰਨਿਆ ਜਾਊਗਾ। ਹੁਣ ਜੇ ਉਹਨਾਂ ਦਾ ਵਕਤ ਘਟਦਾ ਹੈਗਾ ਤੇ ਉਹ ਜਦੋਂ ਤੱਕ ਉਹਨਾਂ ਦਾ ਪੀਆਰ ਕਾਰਡ ਹੈ ਉਹ ਵੈਲਿਡ ਹੈਗਾ, ਉਹ ਆ ਸਕਦੇ ਆ ਜੀ ਇੱਥੇ, ਤੇ ਉਹ ਉਦੋਂ ਤੱਕ ਅਪਲਾਈ ਨਾ ਕਰਨ ਜਦੋਂ ਤੱਕ ਉਹਨਾਂ ਦਾ ਸਮਾਂ ਪੂਰਾ ਨਾ ਹੋ ਜੇ। ਤੇ ਉਹਦੇ ਲਈ ਉਹ IECS ਰਿਪੋਰਟ ਹੈ ਉਹ ਮੰਗਾ ਕੇ ਦਿਨ ਕੈਲਕੂਲੇਟ ਕਰਕੇ ਫਿਰ ਇਹ ਅਪਲਾਈ ਕਰਨ। ਸੋ ਇਹ ਜ਼ਰੂਰੀ ਨਹੀਂ ਕਿ ਉਹਨਾਂ ਦਾ ਪੀਆਰ ਕਾਰਡ ਐਕਸਪਾਇਰ ਹੋ ਗਿਆ ਤੇ ਉਹ ਅੱਜ ਅਪਲਾਈ ਕਰਨੇ, ਕੋਈ ਜ਼ਰੂਰੀ ਨਹੀਂ ਉਹਨਾਂ ਲਈ। ਉਹ ਉਦੋਂ ਅਪਲਾਈ ਕਰਨ ਜਦੋਂ ਉਹਨਾਂ ਦੇ ਦਿਨ ਪੂਰੇ ਹੋ ਜਾਣ। ਤੇ ਦੂਜਾ, ਮੰਨ ਲਓ ਹੁਣ ਕਿ ਉਹਨਾਂ ਦਾ ਪੀਆਰ ਕਾਰਡ ਐਕਸਪਾਇਰ ਹੋ ਜਾਂਦਾ, ਹਾਲੇ ਵੀ ਇੰਡੀਆ ਦੇ ਵਿੱਚ ਹੀ ਹੈਗੇ ਨੇ, ਤਾਂ ਉਹ ਵਾਪਸ ਆਉਣ ਲਈ ਅਰਜ਼ੀ ਕਰ ਸਕਣਗੇ। ਉਹਦੇ ਚੋਂ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨਸ ਨੇ ਜਿਹੜੀਆਂ ਉਹ ਜ਼ਰੂਰ ਦੇਖੀਆਂ ਜਾਣਗੀਆਂ, ਕਿਉਂਕਿ ਇੱਥੇ ਸਿਚੁਏਸ਼ਨ ਹੈ ਜਿਹੜੀ ਉਹ ਇੰਡੀਵਿਜੂਅਲ ਦੇ ਵਸੋਂ ਬਾਹਰ ਹੈ, ਉਹ ਬਿਯੋਂਡ ਰੀਜ਼ਨੇਬਲ ਕੰਟਰੋਲ ਹੈ। ਉਹ ਜੇ ਚਾਹੁੰਦਾ ਵੀ ਉਹ ਤਾਂ ਵੀ ਆਪਣਾ ਜਹਾਜ਼ ਚੜ੍ਹ ਕੇ ਨਹੀਂ ਆ ਸਕਦਾ ਸੀਗਾ। ਸੋ ਜੇ ਉਹਨਾਂ ਦਾ ਕਾਰਡ ਬਾਹਰ ਐਕਸਪਾਇਰ ਹੋ ਜਾਂਦਾ ਹੈ, ਫਿਰ ਉਹਨਾਂ ਲਈ ਇਹ ਕੰਪੈਸ਼ਨ ਦੇ ਤੌਰ ਤੇ ਦੇਖਿਆ ਜਾਊਗਾ। ਪਰ ਜੇ ਉਹ ਕੈਨੇਡਾ ਦੇ ਵਿੱਚ ਆ ਕੇ ਐਪਲੀਕੇਸ਼ਨ ਕਰਦੇ ਨੇ ਤਾਂ ਫਿਰ ਇਹ ਕੰਪੈਸ਼ਨ ਦੇ ਤੌਰ ਤੇ ਨਹੀਂ ਦੇਖਿਆ ਜਾਊਗਾ। ਤੇ ਦੂਜਾ, ਉਹਨਾਂ ਨੂੰ ਉਦੋਂ ਹੀ ਐਪਲੀਕੇਸ਼ਨ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਦੇ ਦਿਨ ਕੈਨੇਡਾ 'ਚ ਪੂਰੇ ਹੋ ਜਾਣ। ਸੋ ਹਾਲੇ ਜਿਉਂ ਸਿਚੁਏਸ਼ਨ ਅਰਾਈਜ਼ ਹੋਊਗੀ, ਮੈਂ ਕਾਲਰ ਨੂੰ ਕਹੂੰਗਾ ਉਸ ਹਿਸਾਬ ਨਾਲ ਉਹ ਫੈਸਲਾ ਲੈਣ, ਤੇ ਫੈਸਲਾ ਲੈਣ ਤੋਂ ਪਹਿਲਾਂ ਉਸ ਸਮੇਂ ਦੀ ਜੋ ਸਿਚੁਏਸ਼ਨ ਹੋਊਗੀ ਉਹਦੇ ਤੇ ਸਾਡੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣ। ਬਿਲਕੁਲ ਸਰ, ਹੁਣ ਸਮਾਂ ਵੀ ਇਜਾਜ਼ਤ ਲੈਣ ਵੱਲ ਵੱਧ ਰਿਹਾ, ਪਰ ਇਸ ਵਕਤ ਕਾਫੀ ਦਰਸ਼ਕਾਂ ਦੀਆਂ ਅਜਿਹੀਆਂ ਕੁਆਰੀ ਸੀ ਜਿਹੜੇ ਕਿ ਪਰਸਨਲੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਸੋ ਤੁਹਾਡੇ ਨਾਲ ਕਿਵੇਂ ਉਹ ਸੰਪਰਕ ਸਾਧ ਸਕਦੇ ਨੇ ਜੇਕਰ ਕੋਈ ਤੁਹਾਡੀਆਂ ਸੇਵਾਵਾਂ ਲੈਣਾ ਚਾਹੁੰਦੇ ਨੇ? ਜ਼ਰੂਰ, ਅਸੀਂ ਤਰਨ ਅਸੈਂਸ਼ੀਅਲ ਸਰਵਿਸ ਹੈ, ਇਸ ਲਈ ਅਸੀਂ ਹਾਲੇ ਵੀ ਓਪਨ ਹੈਗੇ ਹਾਂ ਜੀ, ਆਹ ਸਮੇਂ ਦੇ ਦੌਰਾਨ ਵੀ। ਅਤੇ ਇਹ ਜਿਹੜਾ ਮੰਡੇ ਟੂ ਫਰਾਈਡੇ ਅਸੀਂ 11 ਤੋਂ 5 ਵਜੇ ਲਿਮਿਟਡ ਆਵਰਸ ਲਈ ਜਿਹੜਾ ਕੰਮ ਕਰ ਰਹੇ ਹਾਂ ਜੀ। ਇੱਥੇ ਬਰੈਂਪਟਨ ਦੇ ਵਿੱਚੋਂ ਸਟੀਲਸ ਐਂਡ ਟਾਰਟਨ ਦੇ ਆਫਿਸ ਹੈਗਾ, ਨੰਬਰ ਸਕਰੀਨ ਤੇ ਆ ਰਿਹਾ ਜੀ। ਇਹਦੇ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਆਫਿਸ ਆ ਉਹ 128 ਸਟਰੀਟ ਤੇ 80 ਐਵਨਿਊ ਤੇ ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਤੇ ਉੱਥੇ ਵੀ ਕੰਟੈਕਟ ਕਰ ਸਕਦੇ ਨੇ ਮੰਡੇ ਟੂ ਫਰਾਈਡੇ 11 to 5। ਤੇ ਦੂਜੀ ਜਿਹੜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ। ਸੋ ਇੱਕ ਰੂਮ ਨੂੰ ਅਸੀਂ ਡੈਜ਼ਿਗਨੇਟ ਕੀਤਾ ਹੋਇਆ ਜੀ, ਉਹ ਕਾਫੀ ਵੱਡਾ ਰੂਮ ਹੈਗਾ ਜਿੱਥੇ ਆਪਾਂ ਆਪਣਾ 1 ਮੀਟਰ ਡਿਸਟੈਂਸ ਨੂੰ ਈਜ਼ੀਲੀ ਮੇਨਟੇਨ ਕਰਕੇ 2 ਮੀਟਰ ਡਿਸਟੈਂਸ ਨੂੰ ਈਜ਼ੀਲੀ ਮੇਨਟੇਨ ਕਰਕੇ ਰੱਖ ਸਕਦੇ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਜਿਵੇਂ ਵਿੱਚ ਵੀ ਇੱਕ ਸਵਾਲ ਆਇਆ ਸੀ ਕਿ ਕਾਲਰ ਨੇ ਆਖਿਆ ਸੀ ਕਿ ਉਹਨਾਂ ਦਾ ਵਿਜ਼ਟਰ ਵੀਜ਼ਾ ਐਕਸਪਾਇਰ ਹੋ ਰਿਹਾ, ਉਹਨਾਂ ਨੇ ਮੇਨਟੇਨ ਕਰਨਾ। ਇਮੀਗ੍ਰੇਸ਼ਨ ਮਹਿਕਮੇ ਦੀਆਂ ਇਹ ਇਨਸਟਰਕਸ਼ਨਸ ਹੈਗੀਆਂ ਜੀ, ਜੇ ਕੋਈ ਵਿਜ਼ਿਟਰ ਹੈ, ਵਰਕਰ ਹੈ, ਸਟੂਡੈਂਟ ਹੈ, ਟੈਂਪਰੇਰੀ ਰੈਜ਼ੀਡੈਂਟ ਕੋਈ ਵੀ ਹੈਗਾ, ਉਹਨੇ ਆਪਣਾ ਸਟੇਟਸ ਮੇਨਟੇਨ ਕਰਕੇ ਰੱਖਣਾ ਜ਼ਰੂਰ ਹੈ। ਉਹਦੇ ਲਈ ਉਹ ਆਪਣੀ ਟਾਈਮਲੀ ਮੈਨਰ 'ਚ ਐਪਲੀਕੇਸ਼ਨ ਕਰਨ। ਤੇ ਦੂਜਾ, ਕੋਈ ਵੀ ਐਪਲੀਕੇਸ਼ਨ ਚਾਹੇ ਸਟੂਡੈਂਟਸ ਦੀ ਹੈਗੀ ਹੈ, ਚਾਹੇ ਉਹ ਵਿਜ਼ਿਟਰ ਹੈ, ਵਰਕਰ ਹੈ, ਤੁਸੀਂ ਕਿਸੇ ਨੂੰ ਸਪਾਂਸਰ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਉੱਦਾਂ ਹੀ ਚੱਲ ਰਹੀਆਂ ਨੇ ਜਿਵੇਂ ਪਹਿਲਾਂ ਚੱਲ ਰਹੀਆਂ ਨੇ। ਸੋ ਉਹਦੇ 'ਚ ਕੋਈ ਵੀ ਰੋਕ ਹੈ ਜਿਹੜੀ ਨਹੀਂ ਆਈ। ਹਾਂ, ਸਰਟਨ ਜਿਹੜੀਆਂ ਕੰਡੀਸ਼ਨਸ ਨੇ ਉਹ ਲਾਗੂ ਹੋਈਆਂ ਨੇ ਜੀ।
ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ CWC ਇਮੀਗ੍ਰੇਸ਼ਨ ਕੈਨੇਡਾ ਦੀਆਂ ਵਨ ਆਫ ਦਾ ਬੈਸਟ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚੋਂ ਇੱਕ ਹੈ। ਸੋ ਕੋਈ ਵੀ ਤੁਸੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਮਿਸਟਰ ਗੁਰਪ੍ਰੀਤ ਖਹਿਰਾ ਤੋਂ, ਇਹਨਾਂ ਦੇ ਨਾਮ ਦੇ ਨੀਚੇ ਨੰਬਰ ਲਿਖੇ ਹੋਏ ਨੇ ਰੈੱਡ ਲਾਈਨ ਦੇ ਵਿੱਚ, ਤੁਸੀਂ ਉਹਨਾਂ ਤੇ ਕਾਲ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਦਰਸ਼ਕ ਨੇ ਸਾਨੂੰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰਦੇ ਨੇ। ਸੋ ਜਿਹੜੇ ਰੈੱਡ ਲਾਈਨ ਦੇ ਵਿੱਚ ਨੰਬਰਸ ਲਿਖੇ ਹੋਏ ਨੇ ਉਹ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਦੇ ਨੇ। ਉਹਨਾਂ ਨੰਬਰਸ ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ। ਸਰ ਫਿਲਹਾਲ ਪ੍ਰੋਗਰਾਮ 'ਚ ਬਣਨ ਲਈ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸੋ ਇਹ ਸਾਂ ਜੀ CWC ਤੋਂ ਗੁਰਪ੍ਰੀਤ ਖਹਿਰਾ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕਈ ਦਰਸ਼ਕ ਮੈਨੂੰ ਲਗਾਤਾਰ ਮੈਸੇਜ ਵੀ ਕਰ ਰਹੇ ਨੇ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਫੇਸਬੁੱਕ ਦੇ ਉੱਤੇ ਤੁਸੀਂ ਪੂਰੀ ਜਾਣਕਾਰੀ ਪ੍ਰੋਵਾਈਡ ਨਹੀਂ ਕਰਵਾਉਂਦੇ ਜਾਂ ਕਈ ਵਾਰੀ ਬਹੁਤ ਲੰਬਾ ਕੋਈ ਮੈਸੇਜ ਹੁੰਦਾ ਉਹਨੂੰ ਪੜ੍ਹਨਾ ਮੁਸ਼ਕਿਲ ਹੋ ਜਾਂਦਾ ਲਾਈਵ ਪ੍ਰੋਗਰਾਮ ਦੇ ਵਿੱਚ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਜਿੱਥੇ ਵੀ ਹੈਗੇ ਹੋ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰੋ ਤਾਂ ਕਿ ਤੁਹਾਡੀ ਪੂਰੀ ਡਿਟੇਲ ਜਿਹੜੀ ਆ ਉਹ ਅਸੀਂ ਜਾਣ ਸਕੀਏ, ਤਾਂ ਕਿ ਤੁਹਾਨੂੰ ਕੱਲ ਨੂੰ ਕੋਈ ਗਲਤ ਗਾਈਡੈਂਸ ਨਾ ਦੇ ਦਈਏ। ਕੱਲ ਨੂੰ ਕੋਈ ਗਲਤ ਗਾਈਡੈਂਸ ਦੇਵਾਂਗੇ ਤੁਹਾਡਾ ਪ੍ਰੋਸੈਸ ਖਰਾਬ ਹੋਏਗਾ। ਸੋ ਕੋਸ਼ਿਸ਼ ਕਰੋ ਕਿ ਆਪਣੇ ਬਾਰੇ ਪੂਰੀ ਜਾਣਕਾਰੀ ਕਾਲ ਕਰਕੇ ਸਾਨੂੰ ਦੇਵੋ ਤੇ ਉਹਦੇ ਉੱਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਸਕੀਏ। ਜਿਨ੍ਹਾਂ ਦੇ ਅੱਜ ਜਵਾਬ ਦੇਣੇ ਰਹਿ ਗਏ ਜਾਂ ਜਿਹੜੇ ਸਾਨੂੰ ਅਜੇ ਵੀ ਕਾਲ ਕਰ ਰਹੇ ਨੇ ਉਹਦੇ ਲਈ ਅਸੀਂ ਮੁਆਫੀ ਚਾਹਾਂਗੇ। ਕੱਲ ਨੂੰ ਫਿਰ 3 ਤੋਂ ਲੈ ਕੇ 4 ਵਜੇ ਤੱਕ ਅਸੀਂ ਹਾਜ਼ਰ ਹੋਵਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਵਧੇਰੇ ਜਾਣਕਾਰੀ ਲਈ। ਕੱਲ ਨੂੰ ਫਿਰ ਅਸੀਂ ਜੋੜਾਂਗੇ ਆਪਣੇ ਨਾਲ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਜੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਜਾਣਕਾਰੀ ਦੇਣਗੇ। ਸੋ ਜੇਕਰ ਅੱਜ ਤੁਹਾਡੀ ਕਾਲ ਜਾਂ ਤੁਹਾਡਾ ਕੋਈ ਸਵਾਲ ਮਿਸ ਹੋ ਚੁੱਕਿਆ ਤਾਂ ਕੱਲ ਨੂੰ ਕਾਲ ਕਰਨੀ ਨਾ ਭੁੱਲਿਓ 3 ਤੋਂ ਲੈ ਕੇ 4 ਵਜੇ ਤੱਕ। ਫਿਲਹਾਲ ਹੁਣ ਦਿਓ ਇਜਾਜ਼ਤ, 6 ਵਜੇ ਹਾਜ਼ਰ ਹੋਵਾਂਗੇ ਮਰਗਿੰਦ ਨਾਚੀ ਨਾਲ ਤਾਜ਼ਾ ਅਪਡੇਟਸ ਲੈ ਕੇ ਕਿ ਇਸ ਵਕਤ ਕੀ ਸਥਿਤੀ ਚੱਲ ਰਹੀ ਹੈ ਤੇ ਕੀ ਹਾਲ ਚਾਲ ਨੇ ਸਾਰੀਆਂ ਕੰਟਰੀਜ਼ ਦਾ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।